ਅੱਜ ਤੁਹਾਨੂੰ ਬਹੁਤ ਹੀ ਇਤਿਹਾਸਕ ਧਾਰਮਿਕ ਤੇ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ। ਸ਼ੁਰੂਆਤ ਕਰਦੇ ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਨ ਸਭਾ ਬੰਗਾ ਦੇ ਸ਼ਹਿਰ ਬੰਗਾ ਤੋਂ। ਆਪਾਂ ਦਰਸ਼ਨੀ ਦੀਦਾਰ ਤੁਹਾਨੂੰ ਕਰਾਵਾਂਗੇ ਅੱਜ ਖੁਰਾਲਗੜ੍ਹ ਸਾਹਿਬ ਦੇ, ਜਿੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਤਪ ਕੀਤਾ ਔਰ ਚਰਨ ਗੰਗਾ ਜਿਹੜੀ ਉੱਥੇ ਵਹਿੰਦੀ ਹੈ ਉਹਦੇ ਤੁਹਾਨੂੰ ਉਸ ਦਰਬਾਰ ਦੇ ਵੀ ਦਰਸ਼ਨ ਜ਼ਰੂਰ ਕਰਾਵਾਂਗੇ, ਦਰਸ਼ਨੀ ਦੀਦਾਰ ਕਰਾਵਾਂਗੇ। ਮੇਰੇ ਨਾਲ ਸਰਦਾਰ ਮਨਜਿੰਦਰ ਸਿੰਘ ਜੀ ਅਰਮਾਨ ਔਰ ਮੈਂ ਪੰਡਿਤ ਸੰਜੀਵ ਭਨੋਟ ਤੁਹਾਨੂੰ ਦਰਸ਼ਨੀ ਦੀਦਾਰ ਕਰਾਵਾਂਗਾ ਬੰਗਾ ਤੋਂ ਖੁਰਾਲਗੜ੍ਹ ਸਾਹਿਬ ਦੇ। ਬੰਗਾ ਤੋਂ ਜਦੋਂ ਯਾਤਰਾ ਸ਼ੁਰੂ ਹੁੰਦੀ ਹੈ ਤੇ ਬੰਗਾ ਤੋਂ ਕਰੀਬ 37 ਕਿਲੋਮੀਟਰ ਖੁਰਾਲਗੜ੍ਹ ਸਾਹਿਬ ਦਾ ਇਤਿਹਾਸਕ ਧਾਰਮਿਕ ਸਥਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਉਂਦਾ ਹੈ ਔਰ ਕਰੀਬ 1 ਘੰਟਾ 8-10 ਮਿੰਟ ਬੰਗਿਆਂ ਤੋਂ ਲੱਗਦੇ ਆ। ਆਪਾਂ ਤੁਹਾਨੂੰ ਰਸਤੇ ਬੰਗਿਆਂ ਤੋਂ ਜ਼ਰੂਰ ਅੱਗੇ ਵੀ ਜਾਣਕਾਰੀ ਦਿੰਦੇ ਰਵਾਂਗੇ। ਆਪਾਂ ਅੱਜ ਪਹੁੰਚ ਗਏ ਹਾਂ ਗੜ੍ਹ ਸ਼ੰਕਰ ਵਿਖੇ। ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਵੇ, ਇੱਥੋਂ ਦੋ ਰਸਤੇ ਜਾਂਦੇ ਨੇ ਖੁਰਾਲਗੜ੍ਹ ਸਾਹਿਬ ਨੂੰ। ਇੱਕ ਤਾਂ ਇਹ ਆਨੰਦਪੁਰ ਸਾਹਿਬ ਰੋਡ ਹੈ, ਕੈਮਰਾਮੈਨ ਨੂੰ ਕਹਾਂਗਾ ਮੈਂ ਦਿਖਾਵੇ ਆਨੰਦਪੁਰ ਸਾਹਿਬ ਰੋਡ ਹੈ। ਇਸ ਪਾਸੇ ਦੀ ਵੀ ਜਾਂਦੇ ਨੇ ਸਕੂਟਰ ਮੋਟਰਸਾਈਕਲਾਂ ਵਾਲੇ ਜ਼ਿਆਦਾ ਕਰਕੇ। ਔਰ ਇਹ ਜਿਹੜੀ ਰੋਡ ਹੈ ਇਹ ਨੰਗਲ ਵਾਲੀ ਰੋਡ ਹੈ ਜਿਹੜੀ ਚੋ ਦੇ ਵਿੱਚ ਦੀ ਜਾਂਦੀ ਹੈ। ਇਹ ਵੀ ਰੋਡ ਹੈ। ਅੱਜ ਤੁਹਾਨੂੰ ਗਾਹਾਂ ਵੀ ਦਿਖਾਵਾਂਗੇ ਔਰ ਸਾਹਮਣੇ ਜਿਹੜਾ ਬੰਗਿਆਂ ਤੋਂ ਆਉਂਦਾ ਰੋਡ ਉਹ ਵੀ ਤੁਹਾਨੂੰ ਦਿਖਾਵਾਂ। ਕੈਮਰਾਮੈਨ ਨੂੰ ਮੈਂ ਜ਼ਰੂਰ ਕਹਾਂਗਾ ਉਹਦੇ ਦ੍ਰਿਸ਼ ਵੀ ਜ਼ਰੂਰ ਦਿਖਾਵੇ ਕਿ ਰੋਡ ਜਿਹੜੀ ਬੰਗਿਆਂ ਤੋਂ ਇੱਥੇ ਵੀ 22 ਪੁਆਇੰਟ ਬਣਦਾ ਆਨੰਦਪੁਰ ਸਾਹਿਬ ਔਰ ਨੰਗਲ ਵਾਲੀ ਰੋਡ ਨੂੰ ਖੁਰਾਲਗੜ੍ਹ ਜਾਣ ਦੇ ਵਾਸਤੇ ਇੱਥੋਂ ਕਰੀਬ ਅੱਧਾ ਪੌਣੇ ਘੰਟੇ ਦਾ ਰਸਤਾ ਜ਼ਰੂਰ ਹੈ। ਗੜ੍ਹ ਸ਼ੰਕਰ ਨੰਗਲ ਰੋਡ ਤੋਂ ਅਸੀਂ ਪਹੁੰਚ ਚੁੱਕੇ ਹਾਂ। ਗੜ੍ਹ ਸ਼ੰਕਰ ਤੋਂ ਕੁਛ ਹੀ ਕਿਲੋਮੀਟਰ ਦੂਰ ਜਿਹੜੀ ਘਾਟੀ ਹੈ ਉਹ ਘਾਟੀ ਚੜ੍ਹ ਕੇ ਅਸੀਂ ਪਹੁੰਚ ਗਏ। ਇਹਦੇ ਨਾਲ ਹੀ ਇੱਥੇ ਉਤਰਾਈ ਸ਼ੁਰੂ ਹੋ ਜਾਂਦੀ ਹੈ। ਮੈਂ ਕੈਮਰਾਮੈਨ ਨੂੰ ਦਿਖਾਵਾਂਗਾ ਇਹ ਦੋਨੇ ਦ੍ਰਿਸ਼। ਇੱਧਰਲੇ ਪਾਸੇ ਜਿਹੜੀ ਆ ਘਾਟੀ ਮਤਲਬ ਇੱਥੇ ਆ ਕੇ ਘਾਟੀ ਖਤਮ ਹੋ ਜਾਂਦੀ ਹੈ ਅਤੇ ਇੱਥੇ ਨਾਲ ਹੀ ਉਤਰਾਈ ਸ਼ੁਰੂ ਹੋ ਜਾਂਦੀ ਹੈ। ਇਹ ਤੋਂ ਅੱਗੇ ਕੁਝ ਹੀ ਕਿਲੋਮੀਟਰ 'ਤੇ ਜਿਹੜਾ ਚੋ ਆਉਣਾ, ਚੋ ਤੋਂ ਬਾਅਦ ਫਿਰ ਤੁਹਾਨੂੰ ਅਗਲੇ ਵੀ ਜਿਹੜੇ ਰਸਤੇ ਦੇ ਦਰਸ਼ਨ ਕਰਾਵਾਂਗੇ। ਜਿਹੜੀ ਸੰਗਤ ਹੈ ਖੁਰਾਲਗੜ੍ਹ ਨੂੰ ਆਉਣ ਵਾਲੀ, ਜਿਹੜੀ ਨਹੀਂ ਆ ਸਕਦੀ ਕਿਸੇ ਵੀ ਕਾਰਨ ਆਪਣੇ ਗੁਰੂ ਮਹਾਰਾਜ ਦੇ ਦਰਸ਼ਨ ਨਹੀਂ ਕਰ ਸਕਦੀ, ਉਹਨਾਂ ਨੂੰ ਦਰਸ਼ਨੀ ਦੀਦਾਰ ਅਸੀਂ ਆਪਣੇ ਕੈਮਰੇ ਦੇ ਮਾਧਿਅਮ ਦੇ ਨਾਲ ਕਰਾਵਾਂਗੇ। ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀਓ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਬਾਣੀ ਪੜ੍ਹਦਿਆਂ ਸੁਣਦਿਆਂ ਬੇਅੰਤ ਭੁੱਲਾਂ ਹੋ ਗਈਆਂ ਜੀ। ਅਣਜਾਣ ਬੱਚੇ ਸਭ ਕੇ ਮਾਫ਼ ਕਰਨਾ ਗਾ ਤੋਂ ਸ਼ੁੱਧ ਸਤਿਗੁਰੂ ਰਵਿਦਾਸ ਮਹਾਰਾਜ ਜੀ ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਾਣੀਏ। ਸਤਿ ਭਗਤ ਰਵਿਦਾਸ ਸਤਿਨਾਮ ਸ਼੍ਰੀ ਵਾਹਿਗੁਰੂ
ਤੁਹਾਨੂੰ ਲੈ ਕੇ ਚੱਲਦੇ ਹਾਂ ਜਗਤ ਗੁਰੂ ਜੀ ਦੇ ਤਪ ਸਥਾਨ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਸਥਾਨ ਸ਼੍ਰੀ ਖਰਾਲਗੜ੍ਹ ਸਾਹਿਬ ਤੇ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਸਥਾਨ ਸ਼੍ਰੀ ਚਰਨ ਛੋਹ ਗੰਗਾ ਸ਼੍ਰੀ ਖਰਾਲਗੜ੍ਹ ਸਾਹਿਬ, ਜਿੱਥੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ 4 ਸਾਲ 11 ਮਹੀਨੇ 2 ਦਿਨ ਤਪੱਸਿਆ ਕੀਤੀ ਤੇ ਲੋਕਾਂ ਨੂੰ ਸ਼ਕਤੀ ਰਾਹੀਂ ਭਗਤੀ ਦਾ ਮਾਰਗ ਦਿਖਾਇਆ। ਤਪ ਸਥਾਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੇਵਲ ਸਿੰਘ ਫਰਾਲੀ ਬੱਸੀ ਤੇ ਸਕੱਤਰ ਦਿਲਬਾਗ ਸਿੰਘ ਖਰਾਲਗੜ੍ਹ ਸਾਹਿਬ ਅਤੇ ਚਰਨ ਛੋਹ ਗੰਗਾ ਪ੍ਰਬੰਧਕ ਕਮੇਟੀ ਦੇ ਸੰਤ ਸਤਵਿੰਦਰ ਸਿੰਘ ਹੀਰਾ ਜੀ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਤੇ ਸੰਤ ਜਗਵਿੰਦਰ ਲਾਂਬਾ ਇੰਚਾਰਜ ਗੁਰੂ ਘਰ ਨੇ ਦੱਸਿਆ ਹੈ ਕਿ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੈ ਕਿ ਮੀਰਾਬਾਈ ਨੇ ਸ਼੍ਰੀ ਗੁਰੂ ਰਵਿਦਾਸ ਜਗਤ ਗੁਰੂ ਜੀ ਤੋਂ ਦੀਕਸ਼ਾ ਲਈ ਹੋਈ ਸੀ। ਤਾਂ ਇੱਕ ਵਾਰ ਮੀਰਾਬਾਈ ਨੇ ਗੁਰੂ ਜੀ ਨੂੰ ਆਖਿਆ, ਜਦੋਂ ਤੁਸੀਂ ਪੰਜਾਬ ਜਾਵੋਗੇ ਤਾਂ ਮੇਰੇ ਮਾਸੜ ਨੂੰ ਜ਼ਰੂਰ ਮਿਲ ਕੇ ਆਉਣਾ। ਤਾਂ ਗੁਰੂ ਜੀ ਨੇ ਇਸ ਸਥਾਨ ਤੇ ਤਪੱਸਿਆ ਸ਼ੁਰੂ ਕੀਤੀ। ਸੰਗਤਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ। ਮੀਰਾਬਾਈ ਦਾ ਮਾਸੜ ਰਾਜਾ ਬੈਨ ਸਿੰਘ ਨੂੰ ਪਤਾ ਲੱਗਾ ਕਿ ਉਹਨਾਂ ਨੇ ਗੁਰੂ ਜੀ ਆਪਣੀ ਕੈਦ ਵਿੱਚ ਲੈ ਲਿਆ ਤੇ ਚੱਕੀ ਚਲਾਉਣ ਦੀ ਸਜ਼ਾ ਮੁਕਰਰ ਕੀਤੀ। ਤਾਂ ਗੁਰੂ ਜੀ ਨੇ ਰਾਜਾ ਦਾ ਹੰਕਾਰ ਤੋੜਦੇ ਹੋਏ ਭਗਤੀ ਵਿੱਚ ਲੀਨ ਹੋ ਕੇ ਸ਼ਕਤੀ ਨਾਲ ਚੱਕੀਆਂ ਚਲਾ ਦਿੱਤੀਆਂ। ਤਾਂ ਰਾਜਾ ਬੈਨ ਸਿੰਘ ਗੁਰੂ ਜੀ ਦੇ ਚਰਨੀ ਪੈ ਗਿਆ, ਕੀਤੀ ਗਲਤੀ ਦੀ क्षमा ਜਾਚਨਾ ਕੀਤੀ ਤੇ ਬੇਨਤੀ ਕੀਤੀ, ਮਹਾਰਾਜ ਸਾਡੇ ਇਲਾਕੇ ਵਿੱਚ ਪਾਣੀ ਦੀ ਬਹੁਤ ਕਮੀ ਹੈ। ਤਦ ਗੁਰੂ ਜੀ ਕਰੀਬ 2.5 ਕਿਲੋਮੀਟਰ ਅੱਗੇ ਆ ਕੇ ਇੱਕ ਬੜੇ ਸਾਰੇ ਪੱਥਰ ਦੇ ਕੋਲ ਖੜ ਗਏ। ਰਾਜੇ ਨੂੰ ਕਿਹਾ ਕਿ ਇਸ ਨੂੰ ਪਰੇ ਕਰ। ਰਾਜੇ ਤੋਂ ਉਹ ਪੱਥਰ ਦੂਰ ਨਹੀਂ ਹੋਇਆ ਤੇ ਰਾਜੇ ਨੇ ਫਰਿਆਦ ਕੀਤੀ, ਗੁਰੂ ਜੀ ਤੁਸੀਂ ਹੀ ਬੇੜਾ ਪਾਰ ਲਾਓ। ਤਦ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਆਪਣੇ ਪੈਰ ਦੇ ਅੰਗੂਠੇ ਦੇ ਨਾਲ ਪੱਥਰ ਨੂੰ 13 ਅਪ੍ਰੈਲ 1515 ਨੂੰ ਪਰੇ ਕੀਤਾ। ਤਾਂ ਉਸ ਸਥਾਨ ਦਾ ਨਾਮ ਚਰਨ ਛੋਹ ਗੰਗਾ ਪੈ ਗਿਆ। ਲੇਕਿਨ ਤਪ ਸਥਾਨ ਤੇ ਚਰਨ ਛੋਹ ਗੰਗਾ ਵਿਖੇ ਸਰਕਾਰਾਂ ਵੱਲੋਂ ਹਾਲੇ ਤੱਕ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆ। ਤਪ ਸਥਾਨ ਵਾਲੇ ਮੁੱਲ ਪਾਣੀ ਲੈ ਕੇ ਸੰਗਤਾਂ ਵਿੱਚ ਵਰਤਾ ਰਹੇ ਹਨ ਤੇ ਚਰਨ ਛੋਹ ਗੰਗਾ ਸਥਾਨ ਵਾਲੇ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਉਸ ਕੁੰਡ ਵਿੱਚੋਂ ਪਾਣੀ ਲਿਫਟ ਕਰਕੇ ਕੰਮ ਚਲਾ ਰਹੇ ਹਨ। ਅੱਜ ਆਪਾਂ ਬਹੁਤ ਹੀ ਧਾਰਮਿਕ ਪਵਿੱਤਰ ਅਸਥਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤਪ ਸਥਾਨ ਵਿਖੇ ਖੁਰਾਲਗੜ੍ਹ ਖੜੇ ਹਾਂ, ਜਿੱਥੇ ਗੁਰੂ ਮਹਾਰਾਜ ਨੇ 4 ਸਾਲ 2 ਮਹੀਨੇ ਔਰ 11 ਦਿਨ ਤਪੱਸਿਆ ਕੀਤੀ। ਇਹ ਇੱਥੇ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਦੇ ਪ੍ਰਧਾਨ ਨੇ ਕੇਵਲ ਸਿੰਘ ਫਰਾਲੀ ਬੱਸੀ। ਆਪਾਂ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਸਥਾਨ ਨੂੰ ਡਿਵੈਲਪ ਕੀਤਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਡਿਵੈਲਪ ਕਰਨ ਜਾ ਰਹੇ ਨੇ। ਇਹ ਜੋ ਸਥਾਨ ਹੈ ਧੰਨ ਸ੍ਰੀ ਗੁਰੂ ਰਵਿਦਾਸ ਪਾਤਸ਼ਾਹ ਜੀ ਦਾ ਚਰਨ ਛੋਹ ਪ੍ਰਾਪਤ ਸਥਾਨ ਹੈ। ਇਸ ਧਰਤੀ ਤੇ ਕੱਲ ਨੂੰ ਉਤਾਰਦੇ ਹੋਏ ਧੰਨ ਗੁਰੂ ਰਵਿਦਾਸ ਮਹਾਰਾਜ ਜੀ 1515 ਈਸਵੀ ਵਿੱਚ ਆਏ ਸਨ। ਅੱਜ ਤੋਂ 505 ਸਾਲ ਪਹਿਲਾਂ ਇੱਥੋਂ ਦੇ ਜੋ ਰਾਜਾ ਸੀ, ਰਾਜਾ ਵੈਨ ਨੇ ਗੁਰੂ ਪਾਤਸ਼ਾਹ ਜੀ ਦਾ ਆਪਣੇ ਹੱਥਾਂ ਦੇ ਨਾਲ ਕਾਰ ਸੇਵਾ ਕੀਤੀ ਸੀ। ਸਿਰ ਤੇ ਟੋਕਰੀ ਢੋ ਕੇ ਬਾਬਾ ਧੰਨਾ ਦੇਵੀਆ ਜੀ ਦੇ ਘਰ ਨੂੰ ਗੁਰਦੁਆਰਾ ਸਾਹਿਬ ਵਿੱਚ ਤਬਦੀਲ ਕੀਤਾ ਸੀ। ਅੱਜ 505 ਸਾਲ ਬਾਅਦ ਇਸ ਦੀ ਤੀਜੀ ਕਾਰ ਸੇਵਾ ਜੋ ਪ੍ਰਾਰੰਭ ਕੀਤੀ ਹੈ ਕਮੇਟੀ ਨੇ, ਇੱਥੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਸਥਾਨ ਰਜਿਸਟਰਡ 305 ਨਾਂ ਦੀ ਕਮੇਟੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਾਰ ਸੇਵਾ ਕਰ ਰਹੀ ਹੈ। ਸੋ ਗੁਰੂ ਘਰ ਦਾ ਜੋ ਕਾਰ ਸੇਵਾ ਹੈ ਉਹ ਆਰੰਭ ਹੋ ਚੁੱਕੀ ਹੈ। ਕਰੋੜਾਂ ਦਾ ਪ੍ਰੋਜੈਕਟ ਹੈ ਜੋ ਰਾਜੇ ਵੈਨ ਦਾ 15ਵੀਂ ਸਦੀ ਦਾ ਬਣਿਆ ਹੋਇਆ ਯਾਦਗਾਰ ਹੈ। ਰਾਜੇ ਵੈਨ ਨੇ ਧੰਨ ਗੁਰੂ ਰਵਿਦਾਸ ਪਾਤਸ਼ਾਹ ਜੀ ਦੀ ਯਾਦ ਵਿੱਚ ਇਹ ਯਾਦਗਾਰ ਉਸਾਰੀ ਸੀ। ਸੋ ਉਸ ਯਾਦਗਾਰ ਨੂੰ ਇਨ ਬਨ ਇੱਦਾਂ ਰੱਖਿਆ ਜਾਏਗਾ। ਬਾਕੀ ਸਾਰੀ ਇਮਾਰਤ ਜਿਹੜੀ ਹੈ ਉਹ ਦੁਬਾਰਾ ਤੋਂ ਇਹਦੀ ਸਾਰੀ ਕੀਤੀ ਜਾ ਰਹੀ ਹੈ। ਪ੍ਰਧਾਨ ਜੀ, ਮੈਨੂੰ ਬਹੁਤੀ ਜਾਣਕਾਰੀ ਨਹੀਂ, ਥੋੜ੍ਹੀ ਬਹੁਤੀ ਜਾਣਕਾਰੀ ਹੈ ਕਿ ਜਿਸ ਵੇਲੇ ਗੁਰੂ ਰਵਿਦਾਸ ਮਹਾਰਾਜ ਇਸ ਸਥਾਨ ਦੇ ਉੱਤੇ ਆਏ ਆ, ਉਹ ਜਿਹੜਾ ਰਾਜਾ ਸੀ ਉਸ ਰਾਜੇ ਨੇ ਉਹਨਾਂ ਨੂੰ ਕੋਈ ਸਜ਼ਾ ਵਗੈਰਾ ਦਿੱਤੀ ਸੀ ਕਿ ਤੁਸੀਂ ਇਹ ਚੱਕੀ ਜਿਹੜੀ ਆ ਉਹ ਚਲਾਣੀ ਆ ਜੇਲ੍ਹ ਦੇ ਵਿੱਚ ਪਾ ਕੇ, ਕੋਈ ਉਹ ਸੱਚ ਹੈ? ਕਿਉਂਕਿ 15ਵੀਂ ਸਦੀ ਦੇ ਵਿੱਚ ਜਾਤਾਂ ਦਾ ਬੜਾ ਹੀ ਬੋਲਬਾਲਾ ਸੀ। ਵਰਨ ਅਵਸਥਾ ਭਾਵ ਕਿ ਮਨੂ ਸਮ੍ਰਿਤੀ ਪੂਰਨ ਤੌਰ ਤੇ ਲਾਗੂ ਸੀ। ਇੱਥੋਂ ਦਾ ਜੋ ਰਾਜਾ ਸੀ, ਰਾਜਾ ਵੈਨ, ਉਹ ਰਾਜਪੂਤ ਰਾਜਾ ਸੀ। ਸੋ ਜਦੋਂ ਪਾਤਸ਼ਾਹ ਇੱਥੇ ਇਸ ਬਾਬਾ ਧੰਨਾ ਦੇਵੀ ਜੀ ਦੇ ਘਰ ਵਿਖੇ ਆਪਣੇ ਮੁਬਾਰਕ ਚਰਨ ਕਮਲਾਂ ਦੀ ਛੋਹ ਦਿੰਦੇ ਨੇ ਤੇ ਸੰਗਤਾਂ ਨੂੰ ਨਾਮ ਬਾਣੀ ਦਾ ਉਹ ਪ੍ਰਚਾਰ ਕਰਦੇ ਨੇ, ਨਾਮ ਬਾਣੀ ਨਾਲ ਜੋੜਦੇ ਨੇ। ਜਦੋਂ ਇਸ ਗੱਲ ਦਾ ਪਤਾ ਰਾਜੇ ਵੈਨ ਨੂੰ ਲੱਗਿਆ ਕਿ ਮੇਰੇ ਰਾਜ ਦੇ ਵਿੱਚ ਇੱਕ ਚਮਿਆਰ ਜੋੜੇ ਗੰਢਣ ਦੀ ਕਿਰਤ ਕਰਨ ਵਾਲਾ
ਰਵਿਦਾਸ ਨਾਂ ਦਾ ਇੱਕ ਵਿਅਕਤੀ ਜੋ ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ, ਉਹ ਕਾਂਚੀ ਬਨਾਰਸ ਤੋਂ ਆ ਕੇ ਮੇਰੀ ਰਿਆਸਤ ਵਿੱਚ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦਾ ਹੈ। ਤਦ ਰਾਜੇ ਨੇ ਧੰਨ ਗੁਰੂ ਰਵਿਦਾਸ ਪਾਤਸ਼ਾਹ ਜੀ ਨੂੰ ਇਸ ਘਰ ਵਿੱਚੋਂ ਕੈਦ ਕਰ ਲਿਆ ਸੀ। ਦੋਸ਼ ਇਹ ਲਗਾਇਆ ਸੀ ਕਿ ਸਾਡੇ ਗ੍ਰੰਥਾਂ ਅਨੁਸਾਰ ਸੂਦਰ ਨਾਰੀ ਢੋਰ ਗਵਾਰ ਜੇ ਸਭ ਤਾੜਨ ਕੇ ਅਧਿਕਾਰੀ, ਤੁਸੀਂ ਅਕਾਲ ਪੁਰਖ ਦਾ ਨਾਂ ਨਾ ਤਾਂ ਜਪ ਸਕਦੇ ਹੋ ਨਾ ਜਪਾ ਸਕਦੇ ਹੋ, ਕਿਉਂਕਿ ਉਦੋਂ ਜਪਣ ਵਾਲਿਆਂ ਦੀਆਂ ਜੀਭਾਂ ਵੱਢੀਆਂ ਜਾਂਦੀਆਂ ਸੀ, ਸੁਣਨ ਵਾਲਿਆਂ ਦੇ ਕੰਨ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ। ਸੋ ਧੰਨ ਗੁਰੂ ਰਵਿਦਾਸ ਪਾਤਸ਼ਾਹ ਜੀ ਨੇ ਮਨੁੱਖਤਾ ਦੀ ਆਵਾਜ਼ ਨੂੰ ਬੁਲੰਦ ਕਰਕੇ ਰਾਜੇ ਵੈਨ ਨੂੰ ਵੀ ਮਨੁੱਖਤਾ ਦਾ ਪਾਠ ਪੜ੍ਹਾਇਆ। ਸੋ ਉਸ ਦੇ ਫਲਸਰੂਪ ਰਾਜਾ ਵੈਨ ਵੀ ਪਾਤਸ਼ਾਹ ਦਾ ਸਿੱਖ ਬਣਿਆ। ਮੈਂ ਇੱਕ ਗੱਲ ਕੀਤੀ ਸੀ ਤੁਹਾਡੇ ਨਾਲ ਕਿ ਉਹਨਾਂ ਨੂੰ ਉਹ ਜਿਹੜੀ ਸਜ਼ਾ ਦਿੱਤੀ ਗਈ ਸੀ ਚੱਕੀ ਚਲਾਉਣ ਦੀ, ਉਹ ਚੱਕੀ ਮਹਾਰਾਜ ਨੇ ਆਪਣੀ ਸ਼ਕਤੀ ਦੇ ਨਾਲ ਆਪ ਚਲਾਈ ਸੀ, ਜਿਸ ਵੇਲੇ ਫਿਰ ਉਹ ਰਾਜਾ ਉਹਨਾਂ ਦੇ ਚਰਨੀ ਪਿਆ। ਮੈਂ ਇਸ ਬਾਰੇ ਥੋੜੀ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹੁੰਦਾ। ਜਦੋਂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਰਾਜੇ ਦੇ ਮਹੱਲ ਵਿੱਚ 2 ਬਲਦਾਂ ਨਾਲ ਚੱਲਣ ਵਾਲਾ ਇੱਕ ਖਰਾਸ ਸੀ, ਜੋ ਕਿ ਆਟਾ ਪੀਣ ਵਾਲਾ ਇੱਕ ਵੱਡਾ ਚੱਕੀ ਹੁੰਦੀ ਹੈ, ਖਰਾਸ ਹੁੰਦੀ ਹੈ, ਜਿਹਨੂੰ ਬਲਦਾਂ ਦੇ ਮਦਦ ਨਾਲ ਚਲਾਇਆ ਜਾਂਦਾ ਹੈ। ਰਾਜੇ ਵੈਨ ਨੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਉਹ ਬਲਦਾਂ ਦੀ ਥਾਂ ਜੁੜ ਕੇ ਚੱਕੀ ਚਲਾਉਣ ਦੀ ਸਜ਼ਾ ਲਾਈ ਸੀ, ਜਦ ਕਿ ਦਿਆਲਤਾ ਦੇ ਪੁੰਜ ਭਗਤੀ ਸ਼ਕਤੀ ਦੇ ਮਹਾਰਾਜ ਕੇਂਦਰ ਧੰਨ ਗੁਰੂ ਰਵਿਦਾਸ ਪਾਤਸ਼ਾਹ ਜੀ ਨੇ ਉਸ ਵੇਜਾਨ ਚੱਕੀ ਦੇ ਕੋਲ ਸਮਾਧੀ ਲਾ ਕੇ ਨੇਤਰ ਬੰਦ ਕਰ ਲਏ ਸਨ, ਤੇ ਉਹ ਵੇਜਾਨ ਪੱਥਰ ਆਪਣੇ ਆਪ 1.25 ਸਾਲ ਤੱਕ ਚੱਲਦਾ ਰਿਹਾ। ਇਸ ਕੌਤਕ ਨੂੰ ਵੇਖ ਕੇ ਰਾਜਾ ਪਾਤਸ਼ਾਹ ਦਾ ਸਿੱਖ ਬਣਿਆ ਸੀ। ਜਿਸ ਤਰੀਕੇ ਦੇ ਨਾਲ ਸੰਗਤ ਬਹੁਤ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਚਲ ਗਈ ਹੈ, ਇਹ ਜਿਹੜਾ ਤਪ ਸਥਾਨ ਹੈ ਸ਼ਹਿਰਾਂ ਤੋਂ ਬਹੁਤ ਹਟਵਾਂ, ਕਿ ਸਰਕਾਰਾਂ ਨੂੰ ਨਹੀਂ ਚਾਹੀਦਾ ਕਿ ਇਹਨੂੰ ਇੱਕ ਪਰਯਟਕ ਸਥਾਨ ਦੇ ਵਿੱਚ ਲਿਆਂਦਾ ਜਾਵੇ ਕਿ ਜਿਹੜੇ ਇੱਧਰਲੇ ਰਸਤੇ ਆ ਉਹ ਵੀ ਡਿਵੈਲਪ ਹੋਣ, ਜਿਹੜੇ ਇੱਧਰਲੇ ਲੋਕੀ ਆ ਉਹ ਵੀ ਡਿਵੈਲਪ ਹੋਣ? ਤੁਸੀਂ ਇਹ ਜੋ ਸਵਾਲ ਪੁੱਛਿਆ ਹੈ, ਇਹ ਸਵਾਲ ਅੱਜ ਦੀ ਮੁੱਖ ਲੋੜ ਹੈ। ਕਾਸ਼ ਇਹ ਸਵਾਲ ਜਿਹੜੇ ਵਿਰੋਧੀ ਧਿਰ 'ਚ ਬੈਠੇ ਉਹ ਵੀ ਸਰਕਾਰ ਨੂੰ ਪੁੱਛਣ, ਤਾਂ ਇਹ ਤੁਹਾਡੇ ਸਵਾਲ ਦਾ ਜਵਾਬ ਮੈਨੂੰ ਨਾ ਦੇਣਾ ਪੈਂਦਾ ਖਰਾਲਗੜ੍ਹ ਸਾਹਿਬ ਤੋਂ। ਮੈਂ ਆਪ ਜੀ ਦੇ ਧਿਆਨ ਨਾਲ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ, ਜਿਹੜੀਆਂ ਵੀ ਸਰਕਾਰਾਂ ਗੱਦੀ 'ਤੇ ਬੈਠੀਆਂ, ਉਹਨਾਂ ਨੇ ਗੁਰੂਆਂ, ਰਹਿਬਰਾਂ, ਸੰਤਾਂ, ਭਗਤਾਂ ਦੇ ਨਾਲ ਜੋ ਇਤਿਹਾਸਕ ਸਥਾਨ ਨੇ ਉਹਨਾਂ ਉੱਤੇ ਕਰੋੜਾਂ ਅਰਬਾਂ ਰੁਪਏ ਖਰਚ ਕਰਕੇ ਆਲੀਸ਼ਾਨ ਬਣਾਏ। ਪੂਰੇ ਪੰਜਾਬ ਦੇ ਵਿੱਚ ਇਕਲੌਤਾ ਇਹ ਜਿਹੜਾ ਸਥਾਨ ਹੈ ਸ਼੍ਰੀ ਖਰਾਲਗੜ੍ਹ ਸਾਹਿਬ, ਇੱਥੋਂ 500 ਮੀਟਰ ਦੀ ਦੂਰੀ ਤੇ ਬਾਦਲ ਸਰਕਾਰ ਨੇ ਮਨਾਰੇ ਬੇਗਮਪੁਰਾ ਗੁਰੂ ਰਵਿਦਾਸ ਮਹਾਰਾਜ ਦੀ ਯਾਦ ਵਿੱਚ ਬਣਾਉਣਾ ਸ਼ੁਰੂ ਕੀਤਾ ਸੀ, ਜਿਹਦਾ ਬਜਟ ਲਗਭਗ 117 ਕਰੋੜ ਦਾ ਸੀ। ਪਰ ਸਮੇਂ ਦੀਆਂ ਜਿਹੜੀਆਂ ਸਰਕਾਰਾਂ, ਹੁਣ ਕੈਪਟਨ ਸਰਕਾਰ ਹੈ, ਜਦੋਂ ਇਹ ਸੱਤਾ ਵਿੱਚ ਆਈ, ਇਹਨਾਂ ਨੇ ਆਉਂਦਿਆਂ ਪਹਿਲਾਂ ਭਲੇ ਦਾ ਇਹ ਕੰਮ ਕੀਤਾ ਕਿ ਜਿੱਥੇ ਕਰੋੜਾਂ ਦਲਿਤ ਲੋਕ ਨਤਮਸਤਕ ਹੋ ਕੇ ਧੰਨ ਗੁਰੂ ਰਵਿਦਾਸ ਮਹਾਰਾਜ ਤੋਂ ਸੀਸ ਪ੍ਰਾਪਤ ਕਰਦੇ ਨੇ, ਇਹਨਾਂ ਕੈਪਟਨ ਸਰਕਾਰ ਨੇ ਆਉਂਦੇ ਸਭ ਤੋਂ ਪਹਿਲਾਂ ਉਸ ਮਨਾਰੇ ਬੇਗਮਪੁਰਾ ਦਾ ਕੰਮ ਬੰਦ ਕੀਤਾ। 2 ਵਾਰ ਇੱਥੇ ਕੈਪਟਨ ਸਰਕਾਰ ਨੇ ਆਪਣਾ ਰਾਜ ਪੱਧਰੀ ਸਮਾਗਮ ਮਨਾਇਆ। ਪਹਿਲੀ ਵਾਰ FM ਸਾਹਿਬ ਜੋ ਫਾਈਨਾਂਸ ਮਿਨਿਸਟਰ ਹੈ ਮਨਪ੍ਰੀਤ ਬਾਦਲ ਜੀ, ਉਹ ਆਏ, ਉਹਨਾਂ ਨੇ ਗੱਲਾਂ ਦਾ ਕੜਾ ਕੀਤਾ, ਸੰਗਤਾਂ ਦੇ ਹਿਰਦਿਆਂ ਨਾਲ ਉਹਨਾਂ ਨੇ ਖਿਲਵਾੜ ਕੀਤਾ। ਸੰਗਤਾਂ ਨੂੰ ਕਿਹਾ ਕਿ ਬਹੁਤ ਜਲਦੀ ਇਹ ਮਨਾਰੇ ਬੇਗਮਪੁਰਾ ਦਾ ਕੰਮ ਹੈ ਅਸੀਂ ਮੁਕੰਮਲ ਕਰ ਦਿਆਂਗੇ। 1 ਸਾਲ ਬੀਤ ਗਿਆ, ਇੱਟ ਨਹੀਂ ਲਾਈ ਇੱਕ ਵੀ। ਉਸ ਤੋਂ ਬਾਅਦ ਸ੍ਰੀ ਸੁੰਦਰ ਸ਼ਾਮ ਅਰੋੜਾ ਜੀ ਜੋ ਉਦਯੋਗ ਮੰਤਰੀ ਨੇ, ਉਹ ਆ ਗਏ, ਉਹਨਾਂ ਨੇ ਵੀ ਇਸ ਤਰ੍ਹਾਂ ਹੀ ਖਿਆਲੀ ਪਲਾਓ ਬਣਾਇਆ, ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ, ਕਿਹਾ ਕਿ ਮਹੀਨਿਆਂ 'ਚ ਹੀ ਅਸੀਂ ਬਣਾ ਦੇਵਾਂਗੇ। ਅੱਜ 4 ਸਾਲ ਬਤੀਤ ਹੋ ਗਏ, ਇੱਥੇ ਇੱਕ ਇੱਟ ਨਹੀਂ ਲੱਗੀ। ਸੋ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੋ ਯਾਦਗਾਰ ਹੈ ਮਨਾਰੇ ਬੇਗਮਪੁਰਾ, ਉਹ ਬਿਲਕੁਲ ਠੱਪ ਹੀ ਹੈ। ਸਰਕਾਰ ਦਾ ਇੱਥੇ ਕੋਈ ਧਿਆਨ ਨਹੀਂ। ਜਿੱਥੇ ਅਸੀਂ ਖਲੋਤੇ ਹਾਂ, ਇਹ ਜਿਹੜਾ ਸਥਾਨ ਹੈ, ਇੱਥੇ 35 ਕਰੋੜ ਦੀ ਲਾਗਤ ਨਾਲ ਇੱਕ ਪ੍ਰੋਜੈਕਟ ਅਸੀਂ ਤਿਆਰ ਕਰ ਰਹੇ ਹਾਂ। ਇਸ 35 ਕਰੋੜ 'ਚ 35 ਪੈਸੇ ਵੀ ਸਰਕਾਰ ਦੇ ਨਹੀਂ ਹਨ। ਇਹ ਸੰਗਤਾਂ ਆਪਣੇ ਦਸਵੰਧ ਵਿੱਚੋਂ ਕਾਰ ਸੇਵਾ ਦੇ ਰੂਪ ਵਿੱਚ ਭੇਂਟ ਕਰਕੇ ਇਹ ਗੁਰੂ ਰਵਿਦਾਸ ਮਹਾਰਾਜ ਦਾ ਸਥਾਨ ਬਣਾ ਰਹੀ ਹੈ। ਸੋ ਸਰਕਾਰਾਂ ਤੇ ਲੋਕਾਂ ਨੂੰ ਇਸ ਗੱਲ ਦਾ ਫੈਸਲਾ ਕਰ ਲੈਣਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਦਾ, ਪ੍ਰਧਾਨ ਕੇਵਲ ਸਿੰਘ ਫਰਾਲੀ ਵੱਸੀ ਵਾਲਿਆਂ ਦਾ, ਜੋ ਤਪ ਸਥਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਖਰਾਲਗੜ੍ਹ ਦੀ ਸੇਵਾ ਦਾ ਜੁੰਮਾ ਨਿਭਾ ਰਹੇ ਨੇ। ਉਹਨਾਂ ਨੇ ਦੱਸਿਆ ਕਿ 35 ਕਰੋੜ ਰੁਪਈਆ ਪ੍ਰਬੰਧਕ ਕਮੇਟੀ ਦੁਆਰਾ ਸਾਧ ਸੰਗਤ ਵੱਲੋਂ ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਵੱਲੋਂ ਇੱਥੇ ਲਾਇਆ ਜਾ ਰਿਹਾ। ਉਸ ਦੇ ਵਿੱਚ 35 ਪੈਸੇ ਵੀ ਸਰਕਾਰਾਂ ਦੇ ਨਹੀਂ, ਤੇ ਸਰਕਾਰਾਂ ਇਸ ਧਾਰਮਿਕ ਸਥਾਨ ਨੂੰ ਜੋੜਨ ਵਾਲੀਆਂ ਸੜਕਾਂ, ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਕਿਸ ਤਰੀਕੇ ਦੇ ਨਾਲ ਇਨਸਾਫ ਦਿਵਾ ਸਕਦੀਆਂ, ਇਹ ਆਉਣ ਵਾਲਾ ਸਮਾਂ ਦੇਖੇਗਾ ਔਰ ਦੱਸੇਗਾ। ਇਸ ਧਾਰਮਿਕ ਸਥਾਨ ਨੂੰ ਆਉਣ ਵਾਲੇ ਜਿੰਨੇ ਵੀ ਰਸਤੇ ਹੈ, ਚਾਹੇ ਉਹ ਗੜੀ ਮਾਨਸੋਵਾਲ ਵਾਲਾ ਹੋਵੇ ਜਾਂ ਕਿਸੇ ਹੋਰ ਪਾਸਿਓਂ ਹੋਵੇ, ਉਹ ਕਰੀਬ 7 ਫੁੱਟ ਦੇ ਲਗਭਗ ਰਸਤੇ ਹੈ।
ਜੋ ਬਹੁਤ ਹੀ ਛੋਟੇ ਰਸਤੇ ਹੈ। ਪ੍ਰਧਾਨ ਸਾਹਿਬ, ਕਿਸ ਤਰੀਕੇ ਦੇ ਨਾਲ ਦੁਨੀਆ ਦੇ ਨਕਸ਼ੇ ਦੇ ਵਿੱਚ ਇਹ ਧਾਰਮਿਕ ਸਥਾਨ ਹੈ, ਉਸ ਨੂੰ ਸੰਗਤ ਨੂੰ ਆਉਣ ਦੇ ਲਈ, ਸੁੱਖ ਸਹੂਲਤ ਦੇ ਲਈ ਹੋਰ ਕੀ ਉਪਰਾਲੇ ਹੋਣੇ ਚਾਹੀਦੇ? ਇਹ ਜੋ ਸ਼੍ਰੀ ਖਰਾਲਗੜ੍ਹ ਸਾਹਿਬ ਹੈ, ਹੁਣ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਬੜੀ ਆਸ ਹੈ ਕਿ ਸਰਕਾਰਾਂ ਖਰਾਲਗੜ੍ਹ ਸਾਹਿਬ ਨੂੰ ਇੱਕ ਟੂਰਿਜ਼ਮ ਦੇ ਪੁਆਇੰਟ ਵਜੋਂ ਵਿਕਸਿਤ ਕਰੇਗੀ। ਉਦੋਂ ਉਲਟ ਕਰ ਰਹੀਆਂ ਸਰਕਾਰਾਂ। ਇੱਥੇ ਪਹੁੰਚਣ ਲਈ ਸਭ ਤੋਂ ਪਹਿਲੀ ਲੋੜ ਹੈ, ਜਿਹੜੀ ਮੁੱਢਲੀ ਲੋੜ ਹੈ, ਉਹ ਸੜਕ ਹੁੰਦੀ ਹੈ। ਸੋ ਸੜਕ ਜਿਹੜੀ ਹੈ ਗੜ੍ਹਸ਼ੰਕਰ ਤੋਂ, ਇਹ 28 ਕਿਲੋਮੀਟਰ 'ਤੇ ਸਥਿਤ ਹੈ ਪਿੰਡ। ਇਹਨੂੰ ਕਈ ਜਿਹੜੀਆਂ ਸੜਕਾਂ ਲੱਗਦੀਆਂ ਨੇ, ਇਹਨੂੰ ਅਨੰਦਪੁਰ ਸਾਹਿਬ ਤੋਂ ਵਾਇਆ ਪੋਜਲ ਹੋ ਕੇ ਆਉਂਦੀ ਸੜਕ, ਇੱਕ ਗੜ੍ਹਸ਼ੰਕਰ ਵਾਇਆ ਝੁੰਗੀਆਂ ਹੋ ਕੇ ਆਉਂਦੀ ਹੈ, ਇੱਕ ਡਿਸਟ੍ਰਿਕਟ ਰੋਪੜ ਤੋਂ ਖੇੜਾ ਕਲਮੋਟ ਰਾਹੀਂ ਆਉਂਦੀ ਹੈ, ਇੱਕ ਝੁੰਗੀਆਂ ਤੋਂ ਗੜੀ ਮਾਨਸੋਲ ਆਉਂਦੀ ਹੈ। ਇਵੇਂ ਜਿੰਨੀਆਂ ਵੀ ਸੜਕਾਂ ਦੇ ਨਾਂ ਲਏ ਨੇ, ਇੱਕ ਤਾਂ ਸੌੜੀਆਂ ਤੰਗ ਨੇ, ਇਹਨਾਂ ਸੜਕਾਂ ਨਾਂ ਦੀਆਂ ਸੜਕਾਂ ਨੇ, ਇਹਨਾਂ 'ਤੇ ਖੱਡ ਦਾ ਜਿਹੜਾ ਰੂਪ ਧਾਰਨ ਕਰ ਚੁੱਕੀਆਂ ਨੇ। ਜੇਕਰ ਸੰਗਤਾਂ ਆਪਣੇ ਵਹੀਕਲ, ਦੁਪਹੀਆ ਵਾਹਨ ਜਾਂ 4 ਵੀਲਰ 'ਤੇ ਗੁਰਦੁਆਰਾ ਸਾਹਿਬ ਪਹੁੰਚਣ ਦਾ ਯਤਨ ਕਰਦੀਆਂ ਨੇ, ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ। ਇੱਕ ਪਾਸੇ ਸਰਕਾਰ ਨੇ ਇਹ ਆਖਿਆ ਸੀ, ਬਾਦਲ ਸਰਕਾਰ ਨੇ, ਕਿ ਅਸੀਂ ਇਸ ਸਥਾਨ ਨੂੰ ਬਹੁਤ ਵੱਡੇ ਪੱਧਰ 'ਤੇ ਵਿਕਸਿਤ ਕਰਾਂਗੇ। ਇੱਥੇ 117 ਕਰੋੜ ਦਾ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਸੀ, ਪਰ ਮੈਂ ਸਮਝਦਾ ਕਿ ਇਹ ਖਿਆਲੀ ਪਲਾਓ ਨੇ। ਇੱਥੇ ਸੰਗਤਾਂ ਦੀਆਂ ਮੁੱਢਲੀਆਂ ਜ਼ਰੂਰਤਾਂ, ਸੜਕਾਂ, ਪੀਣ ਵਾਲਾ ਪਾਣੀ, ਜਿਵੇਂ ਸੈਕਟਰੀ ਸਾਹਿਬ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਬਹੁਤ ਕਿੱਲਤ ਹੈ। ਅੱਜ ਵੀ ਸਾਡੇ ਨਾਲ ਉਹੀ ਵਿਤਕਰਾ ਹੋ ਰਿਹਾ ਹੈ। ਜਿੰਨੀਆਂ ਪੰਜਾਬ ਦੇ ਵਿੱਚ ਧਾਰਮਿਕ ਯਾਦਗਾਰਾਂ ਬਣੀਆਂ ਨੇ, ਸਾਰੀਆਂ ਜਾ ਚੁੱਕੀਆਂ ਨੇ। ਸਾਰੀਆਂ ਯਾਦਗਾਰਾਂ ਸੰਗਤਾਂ ਦੇ ਹਵਾਲੇ ਕੀਤੀਆਂ ਜਾ ਚੁੱਕੀਆਂ ਨੇ। ਕੇਵਲ ਤੇ ਕੇਵਲ ਖਰਾਲਗੜ੍ਹ ਸਾਹਿਬ ਵਿਖੇ ਇਹ ਸਰਕਾਰਾਂ ਦਾ ਇੰਨਾ ਰੋਲ ਮਾੜਾ ਰਿਹਾ ਕਿ ਪੀਣ ਵਾਲਾ ਪਾਣੀ ਤੱਕ ਉਪਲਬਧ ਨਹੀਂ ਕਰਾ ਸਕੀ। ਇਹਨਾਂ ਨੇ ਗੁਰੂ ਮਹਾਰਾਜ ਦੀ ਯਾਦ ਕੀ ਬਣਾਉਣੀ ਹੈ? ਸੋ ਇੱਥੇ ਆਉਣਾ, ਖਰਾਲਗੜ੍ਹ ਸਾਹਿਬ ਵਿਖੇ ਪਹੁੰਚਣਾ ਅਤ ਮੁਸ਼ਕਲ ਹੈ। ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਸੜਕਾਂ ਦਾ ਮਾੜਾ ਹਾਲ ਹੈ, ਆਪਣੇ ਸੰਗਤ ਜਿਹੜੀ ਆ ਉਹ ਅਮਰੀਕਾ ਤੋਂ, ਕੈਨੇਡਾ ਤੋਂ, ਇੰਗਲੈਂਡ ਤੋਂ, ਬੈਲਜੀਅਮ, ਹਾਲੈਂਡ, ਦੁਬਈ, ਸਾਊਦੀ ਅਰਬ ਜਾਂ ਯੂਰਪ ਦੇ ਵਿੱਚ ਤੋਂ ਇੱਥੇ ਆਪਣੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਉਂਦੀ ਹੈ। ਉਹਨਾਂ ਦੇ ਲਈ ਪ੍ਰਬੰਧਕ ਕਮੇਟੀ ਵੱਲੋਂ ਕੀ ਵਿਵਸਥਾ ਕੀਤੀ ਗਈ ਆ, ਜਾਂ ਸਰਕਾਰ ਵੱਲੋਂ ਉਹ ਜਿਹੜੀ ਉਹਨਾਂ ਦੀ ਵਿਵਸਥਾ ਆ, ਜਿਸ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਆਪਾਂ ਰਹੀਦਾ, ਉਹ ਸਰੀਰ ਸੋਹਲ ਹੋ ਜਾਂਦੇ ਆ, ਤੇ ਉਸ ਤਰੀਕੇ ਦੇ ਨਾਲ ਕੀ ਇੱਥੇ ਨਹੀਂ ਚਾਹੀਦਾ ਕਿ ਹੋਟਲ ਵਗੈਰਾ ਵੀ ਵੱਡੇ ਪੱਧਰ 'ਤੇ ਸਰਕਾਰੀ ਤੌਰ 'ਤੇ ਜਾਂ ਪ੍ਰਾਈਵੇਟ ਤੌਰ 'ਤੇ ਬਣਾਏ ਜਾਣ? ਮੈਂ ਆਪ ਜੀ ਨੂੰ ਪਹਿਲਾਂ ਹੀ ਇਸ ਸੰਬੰਧ ਵਿੱਚ ਬੇਨਤੀ ਕਰ ਚੁੱਕਿਆ ਕਿ ਮੁੱਢਲੀ ਲੋੜ ਜੋ ਹੁੰਦੀ ਹੈ, ਉਹ ਹੁੰਦੀ ਹੈ ਸੰਗਤਾਂ ਦੇ ਲਈ ਪੀਣ ਵਾਲਾ ਪਾਣੀ। ਉਹ ਸੰਗਤਾਂ ਉਪਲਬਧ ਕਰਾਉਣ ਤੋਂ ਫੇਲ ਹੋ ਚੁੱਕੀ ਹੈ, ਸੜਕਾਂ ਉਪਲਬਧ ਕਰਾਉਣ ਤੋਂ ਫੇਲ ਹੋ ਚੁੱਕੀ ਹੈ। ਹੁਣ ਜੋ 35 ਕਰੋੜ ਦਾ ਪ੍ਰੋਜੈਕਟ ਮੈਂ ਆਪ ਜੀ ਨੂੰ ਦੱਸ ਰਿਹਾ, ਇਸ 35 ਕਰੋੜ ਦੇ ਪ੍ਰੋਜੈਕਟ ਵਿੱਚ ਜਿਹੜੀਆਂ ਦੂਰ ਦਰਾਡੇ ਵਿਦੇਸ਼ ਤੋਂ ਸੰਗਤਾਂ ਜਾਂ ਦੇਸ਼ ਤੋਂ ਆ ਰਹੀਆਂ ਨੇ, ਉਹਨਾਂ ਸੰਗਤਾਂ ਦੀਆਂ ਸੁੱਖ ਸਹੂਲਤਾਂ ਦੇ ਲਈ ਆਲੀਸ਼ਾਨ ਰਹਿਣ ਵਾਲੀਆਂ ਰਿਹਾਇਸ਼ਾਂ ਵੀ ਤਿਆਰ ਕੀਤੀਆਂ ਜਾਣਗੀਆਂ, ਤੇ ਗੁਰੂ ਮਹਾਰਾਜ ਦਰਬਾਰ ਵੀ ਆਲੀਸ਼ਾਨ ਤਿਆਰ ਕੀਤਾ ਜਾਏਗਾ। ਇਹ ਸਾਰੀਆਂ ਸਹੂਲਤਾਂ ਪ੍ਰਬੰਧਕ ਕਮੇਟੀ ਦੇਣ ਦੇ ਵਿੱਚ ਯਤਨਸ਼ੀਲ ਹੈ। ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਦਾ। ਆਪਾਂ ਪ੍ਰਧਾਨ ਜੀ ਨੂੰ ਨਾਲ ਲੈ ਕੇ ਚੱਲਦੇ ਹਾਂ, ਉਸ ਚੱਕੀ ਦੇ ਵੀ ਤੁਹਾਨੂੰ ਦਰਸ਼ਨੇ ਦੀਦਾਰ ਜ਼ਰੂਰ ਕਰਾਵਾਂਗੇ, ਜੋ ਰਵਿਦਾਸ ਮਹਾਰਾਜ ਜੀ ਨੇ ਆਪਣੀ ਸ਼ਕਤੀ ਦੇ ਨਾਲ ਭਗਤੀ ਲੀਨ ਹੋ ਕੇ ਬਗੈਰ ਹੱਥਾਂ ਤੋਂ ਜਾਂ ਬਗੈਰ ਬੋਲਦਾਂ ਤੋਂ ਚਲਾਇਆਂ ਤੋਂ ਆਪਣੀ ਸ਼ਕਤੀ ਦੇ ਨਾਲ ਉਹ ਚੱਕੀ ਚਲਾਈ। ਉਹ ਜਿਹੜੇ ਪੇੜਾ ਹੈ ਉਹ ਦਰਬਾਰ ਸਾਹਿਬ ਦੇ ਅੰਦਰ ਪਏ, ਆਪਾਂ ਉਹਦੇ ਵੀ ਤੁਹਾਨੂੰ ਦਰਸ਼ਨੇ ਦੀਦਾਰ ਜ਼ਰੂਰ ਕਰਾਵਾਂਗੇ। ਦੁਨੀਆ ਨੂੰ ਰਾਹ ਵਿਖਾਉਣ ਵਾਲੇ ਤਪਸਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਧਾਰਮਿਕ ਸਥਾਨ ਹੈ। ਇੱਥੇ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਸਰਕਾਰ ਵੱਲੋਂ ਨਹੀਂ ਕੀਤਾ ਗਿਆ। ਆਪਾਂ ਸੈਕਟਰੀ ਸਾਹਿਬ ਤੋਂ ਜਾਣਕਾਰੀ ਲੈਂਦੇ ਹਾਂ। ਜੈ ਗੁਰਦੇਵ, ਧੰਨ ਗੁਰਦੇਵ ਜੀ। 1515 ਈਸਵੀ ਵਿੱਚ ਇੱਥੇ ਮਹਾਰਾਜ ਜੀ ਨੇ ਆਪਣੇ ਚਰਨ ਕਮਲਾਂ ਨਾਲ ਇਸ ਸਥਾਨ 'ਤੇ ਆ ਕੇ ਮਹਾਰਾਜ ਜੀ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਉਦੋਂ ਤੋਂ ਹੀ, ਜਦੋਂ ਤੋਂ ਮਹਾਰਾਜ ਨੇ ਇੱਥੇ ਆ ਕੇ ਚਰਨ ਸਪਰਸ਼ ਕੀਤੇ, ਉਦੋਂ ਤੋਂ ਹੀ ਜਿਹੜਾ ਪਾਣੀ ਹੈ ਅਸੀਂ ਟੈਂਕਰਾਂ ਦੁਆਰਾ ਜਾਂ ਸਿਰ ਤੋਂ ਲਿਆ ਕੇ ਹੀ ਸੰਗਤਾਂ ਦੀ ਪੀਣ ਯੋਗ ਪਾਣੀ ਨੂੰ ਲਿਆ ਕੇ ਹੀ ਸੰਗਤਾਂ ਦੀ ਪੂਰਤੀ ਕਰਦੇ ਹਾਂ, ਪਾਣੀ ਦੀ ਪੂਰਤੀ ਕਰਦੇ ਹਾਂ। ਉਦੋਂ ਤੋਂ ਪਾਣੀ ਅਸੀਂ ਮੁੱਲ ਲੈਂਦੇ ਹਾਂ। ਕੋਈ ਵੀ ਸਰਕਾਰ ਸਾਡੇ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੀ। ਅਸੀਂ ਸਰਕਾਰਾਂ ਨੂੰ ਅਪੀਲਾਂ ਵੀ ਕੀਤੀਆਂ, ਕਈ ਵਾਰੀ ਸਰਕਾਰੀ ਦੁਆਰੇ ਜਾ ਕੇ ਅਸੀਂ ਲੈਟਰ ਵੀ ਲੈ ਕੇ ਗਏ ਵੀ ਸਾਡੀ ਸੁਣੋ, ਸਾਡੇ ਕੋਈ ਬੋਰਵੈਲ ਕੀਤਾ ਜਾਵੇ, ਕੁਛ ਵੀ ਕੀਤਾ ਜਾਵੇ। ਸਰਕਾਰ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੰਦੇ। ਹੁਣ ਤੱਕ ਵੀ ਅਸੀਂ ਪਾਣੀ ਜਿਹੜਾ ਹੈ ਸੰਗਤਾਂ ਨੂੰ ਮੁੱਲ ਹੀ ਪਿਆਉਂਦੇ ਹਾਂ, ਮੁੱਲ ਹੀ ਲੈ ਕੇ ਆਉਂਦੇ ਹਾਂ, ਜਾਂ ਟਿਊਬਵੈੱਲ ਤੋਂ ਲੈ ਕੇ ਆਈਏ, ਖੂਹ ਤੋਂ ਲੈ ਕੇ ਆਈਏ। ਟਰੈਕਟਰ ਸਾਡਾ ਦਿਨ ਦੇ ਵਿੱਚ 7 ਗੇੜੇ ਵੀ ਲਾਉਂਦਾ, 10 ਗੇੜੇ ਵੀ ਲਾਉਂਦਾ, 15 ਗੇੜੇ ਵੀ ਲਾਉਂਦਾ। ਉਹ ਪਾਣੀ ਅਸੀਂ ਮੁੱਲ ਹੀ ਸੰਗਤਾਂ ਨੂੰ ਪਿਆਉਂਦੇ ਹਾਂ। ਸੈਕਟਰੀ ਸਾਹਿਬ, ਕੀ ਇਹ ਆਪਾਂ ਇਹਨੂੰ ਸੋਚੀਏ ਕਿ ਦਲਿਤਾਂ ਦੇ ਨਾਲ ਅੱਜ ਵੀ ਉਹੀ ਤਰ੍ਹਾਂ ਅਨਿਆਂ ਹੋ ਰਿਹਾ ਜੋ ਉਹ 15ਵੀਂ ਸਦੀ ਦੀ ਤੁਸੀਂ ਗੱਲ ਕਰਦੇ ਆ, ਉਸ ਵੇਲੇ ਹੁੰਦਾ ਸੀ, ਕਿ ਅੱਜ ਵੀ ਜਿਹੜਾ ਧਾਰਮਿਕ ਸਥਾਨ ਹੈ ਦਲਿਤਾਂ ਦਾ, ਸਭ ਤੋਂ ਵੱਡਾ ਉੱਚਮ ਧਾਰਮਿਕ ਸਥਾਨ ਹੈ ਖਰਾਲਗੜ੍ਹ ਸਾਹਿਬ,
ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਇੱਥੇ ਵੀ ਪੀਣ ਵਾਲਾ ਪਾਣੀ ਆ ਜਿਹੜਾ ਪ੍ਰਬੰਧਕ ਕਮੇਟੀ ਵੱਲੋਂ ਮੁੱਲ ਲਿਆ ਕੇ ਸੰਗਤਾਂ ਨੂੰ ਪਿਲਾਇਆ ਜਾਂਦਾ? ਜੀ ਅਸੀਂ ਤਾਂ ਇਹ ਗੱਲ ਅੱਜ ਵੀ ਆਖਦੇ ਹਾਂ ਜੀ, ਜਿਹੜਾ ਇਹ 1515 ਈਸਵੀ ਦੇ ਵਿੱਚ ਅਨਿਆਂ ਹੋ ਰਿਹਾ ਸੀ ਦਲਿਤ ਸਮਾਜ ਦੇ ਨਾਲ, ਅੱਜ ਵੀ ਉਹੀ ਹੀ ਅਨਿਆਂ ਹੋ ਰਿਹਾ ਹੈ। ਤਾਂ ਕਿ ਜੇ ਸਰਕਾਰਾਂ ਜਿਹੜੀਆਂ ਹੈ ਆਲੇ ਦੁਆਲੇ ਜਿੰਨੇ ਟਿਊਬਵੈੱਲ ਲਗਾਉਂਦੀਆਂ ਨੇ, ਕੋਈ ਪਿੰਡ ਦੋ ਟਿਊਬਵੈੱਲ ਲਗਾ ਰਹੇ ਨੇ। ਅਸੀਂ ਗੁਰੂ ਘਰ ਲਈ ਸਰਕਾਰੀ ਦੁਆਰੇ ਬਹੁਤ ਵਾਰੀ ਗਏ, ਲੇਕਿਨ ਸਾਡੀ ਕਿਸੇ ਨੇ ਨਹੀਂ ਸੁਣੀ। ਅਸੀਂ ਉਸੇ ਤਰ੍ਹਾਂ ਉਹੀ ਵੈਸੇ ਸੰਤਾਪ ਭੋਗ ਰਹੇ ਹਾਂ ਜੋ 1515 ਈਸਵੀ ਵਾਲਾ ਸੰਤਾਪ ਸੀ, ਦਲਿਤ ਸਮਾਜ ਦੇ ਉੱਤੇ ਹੋ ਰਿਹਾ ਸੀ, ਅਤਿਆਚਾਰ ਹੋ ਰਿਹਾ ਸੀ। ਅੱਜ ਵੀ ਅਸੀਂ ਉਹੀ ਸੰਤਾਪ ਪਾਣੀ ਦੇ ਪੱਖੋਂ ਉਹੀ ਭੋਗ ਰਹੇ ਹਾਂ ਜੀ। ਇਹ ਜਿਹੜਾ ਧਾਰਮਿਕ ਸਥਾਨ ਹੈ ਉੱਥੇ ਇਹ ਜਿਹੜਾ ਸਰਕਾਰੀ ਪਾਣੀ ਦੀ ਵਿਵਸਥਾ ਨਹੀਂ ਹੈ ਕਿ ਪਿੰਡ ਦੇ ਵਿੱਚ ਹੈ? ਬਿਲਕੁਲ, ਪਿੰਡ ਦੇ ਵਿੱਚ ਸਾਡੇ ਪੀਣ ਵਾਲਾ ਪਾਣੀ ਦਾ ਟਿਊਬਵੈੱਲ ਲੱਗਾ ਹੋਇਆ ਹੈ ਅਤੇ ਸਾਡੇ ਸਿੰਜਾਈ ਵਾਲਾ ਟਿਊਬਵੈੱਲ ਲੱਗਾ ਹੋਇਆ ਹੈ। ਗੁਰੂ ਘਰ ਨੂੰ ਸਾਡੇ ਕੋਈ ਵੀ ਸਪਲਾਈ ਨਹੀਂ ਹੈ। ਅਸੀਂ ਉਹ ਪੀਣ ਵਾਲੇ ਪਾਣੀ ਦੇ ਨਾਲ ਜੋੜਨ ਨੂੰ ਵੀ ਆਖਿਆ। ਇਹ ਸਾਡੇ ਮਨਾਰੇ ਬੇਗਮਪੁਰਾ ਬਣ ਰਿਹਾ ਹੈ। ਅਸੀਂ ਇੱਥੋਂ ਵੀ ਸਰਕਾਰ ਨੂੰ ਅਪੀਲ ਕੀਤੀ ਕਿ ਸਾਨੂੰ ਇੱਥੋਂ ਵੀ ਜੋੜਿਆ ਜਾਵੇ। ਸਰਕਾਰ ਦੁਆਰਾ ਸਾਨੂੰ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਕਿ ਅਸੀਂ ਜੋੜਾਂਗੇ ਜਾਂ ਨਹੀਂ ਜੋੜਾਂਗੇ। ਅਸੀਂ ਇਹ ਵੀ ਬੇਨਤੀ ਕੀਤੀ ਕਿ ਸਾਡੇ ਕੋਲ ਜਗ੍ਹਾ ਹੈਗੀ ਹੈ 14 ਮਰਲੇ, ਉਹਦੇ ਵਿੱਚ ਸਾਨੂੰ ਇੱਕ ਬੋਰ ਕੀਤਾ ਜਾਵੇ ਤਾਂ ਕਿ ਅਸੀਂ ਸੰਗਤਾਂ ਦੀ ਜਿਹੜੀ ਜ਼ਰੂਰਤ ਹੈ ਉਸ ਨੂੰ ਪੂਰਨ ਰੂਪ ਵਿੱਚ ਪੂਰੀ ਕਰ ਸਕੀਏ। ਬਹੁਤ ਬਹੁਤ ਧੰਨਵਾਦ ਸੈਕਟਰੀ ਸਾਹਿਬ ਦਾ। ਇਹਨਾਂ ਨੇ ਦੱਸਿਆ ਕਿ ਜੋ 15ਵੀਂ ਸਦੀ ਦੇ ਵਿੱਚ ਦਲਿਤਾਂ ਦੇ ਨਾਲ ਅਤਿਆਚਾਰ ਹੁੰਦੇ ਸੀ ਉਹ ਅੱਜ ਦੀਆਂ ਸਰਕਾਰਾਂ ਵੱਲੋਂ ਵੀ ਉਸੇ ਤਰ੍ਹਾਂ ਬਰਕਰਾਰ ਨੇ। ਧਾਰਮਿਕ ਸਥਾਨ ਖੁਰਾਲਗੜ੍ਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਤਪ ਸਥਾਨ ਹੈ। ਇੱਥੇ ਅੱਜ ਵੀ ਪਾਣੀ ਵਾਲਾ ਬੋਰਵੈਲ ਨਹੀਂ ਹੈ। ਇਹਨਾਂ ਨੇ ਦੱਸਿਆ ਕਿ ਜੋ ਸਾਡੀ ਪ੍ਰਬੰਧਕ ਕਮੇਟੀ ਦੀ ਜ਼ਮੀਨ ਹੈ 13 ਮਰਲੇ 14 ਮਰਲੇ 15 ਮਰਲੇ ਅਸੀਂ ਉਹ ਵੀ ਦੇਣ ਨੂੰ ਤਿਆਰ ਹਾਂ, ਲਿਖਤੀ ਤੌਰ ਤੇ ਦੇਣ ਨੂੰ ਤਿਆਰ ਹਾਂ, ਲੇਕਿਨ ਸਰਕਾਰਾਂ ਵੱਲੋਂ ਹਾਲੇ ਤੱਕ ਕਿਸੇ ਤਰ੍ਹਾਂ ਦਾ ਪੀਣ ਵਾਲੇ ਪਾਣੀ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ऐसा चाहूँ राज में जहाँ मिले सबन को अन्न, छोट बड़े सब सम बसे रविदास रहे प्रसन्न। रविदास महाराज जी ने ये व्याख्या की है संसार के उत्ते। वो प्रधान जी तो भी आप पुछते हैं कि इन्हां दा अर्थ की है, और वो ਚੱਕੀ ਜਿਹੜੀ ਮਹਾਰਾਜ ਨੇ ਆਪਣੀ ਸ਼ਕਤੀ ਦੇ ਨਾਲ ਚਲਾਈ ਆ ਉਹਦੇ ਦਰਸ਼ਨੇਦਾਰ ਮੈਂ ਪਹਿਲਾਂ ਕੈਮਰਾਮੈਨ ਨੂੰ ਕਹਾਂਗਾ ਸੰਗਤਾਂ ਨੂੰ ਜ਼ਰੂਰ NK TV ਦੇ ਮਾਧਿਅਮ ਦੇ ਰਾਹੀਂ ਦਰਸ਼ਨੇ ਦੀਦਾਰ ਕਰਾਵੇ। ਪ੍ਰਧਾਨ ਜੀ ਇਸ ਚੱਕੀ ਬਾਰੇ ਵੀ ਜ਼ਰੂਰ ਗਿਆਨ ਦਿਓ। ਜਿਹੜਾ ਆਪ ਜੀ ਨੇ ਇੱਕ ਪੰਕਤੀ ਬੋਲੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸਮ ਵਸੈ ਰਵਿਦਾਸ ਰਹੇ ਪ੍ਰਸੰਨ। ਭਾਵੇਂ ਕਿ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਬਾਣੀ ਹੈ, ਪਰ ਇਹ ਬਾਣੀ ਆਪਣੇ ਆਪ ਵਿੱਚ ਬਹੁਤ ਹੀ ਵੱਡਾ ਇੱਕ ਮਨੁੱਖਤਾਵਾਦੀ ਪਾਠ ਨੂੰ ਲੁਕੋਈ ਬੈਠੀ ਹੈ, ਮਨੁੱਖਤਾ ਦਾ ਪਾਠ ਪੜ੍ਹਾ ਰਹੀ ਹੈ। ਸੋ ਇਸ ਪੰਕਤੀ ਤੋਂ ਭਾਵ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਕਿੱਦਾਂ ਦੀ ਰਾਜ ਵਿਵਸਥਾ ਚਾਹੁੰਦੇ ਹੈ ਜਿੱਥੇ ਸਾਰਿਆਂ ਨੂੰ, ਦੇਖੋ ਇੱਥੇ ਕਿਸੇ ਜਾਤ ਦਾ ਨਾਂ ਨਹੀਂ ਲਿਆ ਗਿਆ ਕਿ ਚਮਿਆਰ, ਚੂੜੇ, ਨਾਈ, ਝੀਰ, ਸ਼ਿੰਬੇ, ਤਰਖਾਣ, ਲੋਹਾਰ, ਬ੍ਰਾਹਮਣ, ਰਾਜਪੂਤ, ਖੱਤਰੀ, ਕਿਸੇ ਦਾ ਨਾਂ ਨਹੀਂ ਲਿਆ ਗਿਆ। ਸਗੋਂ ਇੱਕ ਮਨੁੱਖਤਾ ਨੂੰ ਗਲਵੱਕੜੀ ਵਿੱਚ ਲੈ ਕੇ ਆਖਿਆ ਗਿਆ ਕਿ ਐਸਾ ਰਾਜ, ਇੱਦਾਂ ਦੀ ਵਿਵਸਥਾ ਹੋਵੇ ਜਿੱਥੇ ਸਾਰਿਆਂ ਨੂੰ ਘੱਟ ਤੋਂ ਘੱਟ ਖਾਣ ਲਈ ਜਿਹੜਾ ਟੁੱਕਰ ਹੈ, ਖਾਣ ਲਈ ਅਨਾਜ ਪ੍ਰਾਪਤ ਮਾਤਰਾ ਵਿੱਚ ਹੋਵੇ। ਸੋ ਇਹ ਜਿਹੜੀ ਚੱਕੀ ਹੈ ਇਹ ਰਾਜੇ ਵੈਨ ਦਾ ਰਾਜਸ਼ਾਹੀ ਖਰਾਸ ਸੀ, ਦੋ ਬਲਦਾਂ ਦੇ ਪੰਜਾਲੀ ਵਿੱਚ ਜੋੜ ਕੇ ਚੱਲਦਾ ਸੀ। ਜਦੋਂ ਰਾਜੇ ਨੇ ਪਾਤਸ਼ਾਹ ਨੂੰ ਸਜ਼ਾ ਲਾਈ ਸੀ, ਇਹ ਵੇਜਾਨ ਪੱਥਰ ਵੱਲ ਧੰਨ ਗੁਰੂ ਰਵਿਦਾਸ ਮਹਾਰਾਜ ਦੀ ਇੱਕ ਸਵੱਲੀ ਨਿਗਾਹ ਹੋਣ ਦੇ ਨਾਲ ਇਹ ਜਿਹੜਾ ਵੇਜਾਨ ਪੱਥਰ ਹੈ ਇਹ 1.25 ਸਾਲ ਆਪਣੇ ਆਪ ਚੱਲਦਾ ਰਿਹਾ। ਇਹ ਪੱਥਰ ਇਸ ਸਥਾਨ ਤੇ ਸੰਗਤਾਂ ਦੇ ਲਈ ਦਰਸ਼ਨਾਂ ਲਈ ਸ਼ੋਭਿਤ ਕੀਤਾ ਗਿਆ ਹੈ। ਇੱਕ ਸਵਾਲ ਜਿਹੜਾ ਬਾਹਰ ਰਹਿ ਗਿਆ, ਪੁੱਛਣ ਤੋਂ ਰਹਿ ਗਿਆ ਸੀ, ਉਹ ਇਹ ਸੀ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਕੋਈ ਵੀ ਹੋਵੇ, ਉਹ ਜਿਸ ਤਰੀਕੇ ਆਪਾਂ ਕਿਸਾਨ ਫਸਲ ਬੀਜਦਾ 6 ਮਹੀਨੇ ਬਾਅਦ ਉਹ ਆਪਣੀ ਫਸਲ ਵੱਢਦਾ, ਕਿ ਐਸੀ ਸਮਾਜ ਨੂੰ ਸਿਰਫ ਇੱਕ ਆਪਣੀ ਫਸਲ ਸਮਝਿਆ ਜਾ ਰਿਹਾ ਜੋ 5 ਸਾਲ ਬਾਅਦ ਆਉਂਦੇ ਆ, ਕਦੀ ਕੋਈ ਪਾਰਟੀ ਵੱਢ ਕੇ ਲੈ ਜਾਂਦੀ, ਕਦੀ ਕੋਈ ਪਾਰਟੀ ਵੱਢ ਕੇ ਲੈ ਜਾਂਦੀ। ਦੇਖੋ ਜਿਹੜੀ ਤੁਸੀਂ ਇਹ ਫਸਲ ਦੀ ਗੱਲ ਕੀਤੀ ਹੈ, ਜਿਹੜਾ ਸਾਡਾ ਸਮਾਜ ਹੈ ਜਿਹਦੇ ਵਿੱਚ SC ST ਦੀ ਬਹੁਤ ਬੜੀ ਇੱਕ ਲੌਬੀ ਹੈ, ਇਹ ਭੋਲੇ ਭਾਲੇ ਲੋਕ ਇਸ ਗੱਲ ਨੂੰ ਸਮਝਦੇ ਨਹੀਂ ਕਿ ਜਦੋਂ ਵੋਟਾਂ ਨੇੜੇ ਆ ਜਾਂਦੀਆਂ, ਇਹਨਾਂ ਨੇ ਅੱਜ ਦੇ ਜੋ ਮਨੁੱਖ ਨੇ, ਅੱਜ ਦਾ ਜੋ ਸਮਾਜ ਹੈ, ਇਹਨਾਂ ਨੇ ਉਹਨਾਂ ਨੂੰ ਭਿਖਾਰੀ ਬਣਾ ਦਿੱਤਾ। ਕਦੇ 2 ਰੁਪਏ ਕਿਲੋ ਆਟੇ ਵਾਲੀ, ਕਦੇ 2 ਰੁਪਏ ਕਿਲੋ ਦਾਲ ਵਾਲੇ ਨੀਲੇ ਕਾਰਡ, ਕਦੇ ਪੀਲੇ ਕਾਰਡ, ਕਦੇ ਕਾਲੇ ਕਾਰਡ, ਕਦੇ ਲਾਲ ਕਾਰਡ। ਸੋ ਇਹਨਾਂ ਕਾਰਡਾਂ ਵਿੱਚ ਸੰਗਤਾਂ ਦੀ ਮਾਨਸਿਕਤਾ ਨੂੰ ਉਲਝਾ ਕੇ ਉਹਨਾਂ ਨੂੰ ਬਹੁਤ ਛੋਟੇ ਦਰਜੇ ਦਾ ਜੀਵਨ ਜੀਣ ਲਈ ਮਜਬੂਰ ਕਰ ਦਿੱਤਾ ਇਹਨਾਂ ਨੇ। ਇਹਨਾਂ ਸਾਡੇ ਸਮਾਜ ਨੂੰ ਚਾਹੀਦਾ ਕਿ ਸਰਕਾਰ ਦੇ ਕੋਲੋਂ ਇਹਨਾਂ ਦੇ ਜੋ ਇਹ ਸਮਝ ਬਾਗ ਹੈ ਇਹਨਾਂ ਤੋਂ ਬਰਗਲਾਣ ਨਾ ਹੋਣ, ਸਗੋਂ ਆਪਣਾ ਹੱਕ ਜਿਹੜਾ ਕਿ ਸਿਹਤ ਸਹੂਲਤਾਂ, ਸਿੱਖਿਆ, ਉੱਚ ਸਿੱਖਿਆ ਪ੍ਰਾਪਤ ਕਰਨ ਤਾਂ ਕਿ ਸਾਡਾ ਸਮਾਜ ਮੰਗਤਾ ਨਾ ਦਾਨਾ ਬਣ ਸਕੇ। ਸੋ ਮੈਂ ਸਮਾਜ ਨੂੰ ਵੀ ਅਪੀਲ ਕਰਦਾ ਕਿ ਜੋ ਸਮਾਜ ਸਾਡਾ 5 ਸਾਲ ਬਾਅਦ ਬਰਗਲਾਇਆ ਜਾਂਦਾ ਹੈ ਉਹ ਸੁਚੇਤ ਹੋਣ, ਬਾਬਾ ਸਾਹਿਬ ਅੰਬੇਡਕਰ ਨੂੰ ਪੜ੍ਹਨ,
ਗੁਰੂ ਰਵਿਦਾਸ ਮਹਾਰਾਜ ਦੀ ਜੀਵਨੀ ਨੂੰ ਜਾਣਨ, ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਤੋਂ ਸਿੱਖਿਆ ਲੈਣ। 5 ਸਾਲ ਬਾਅਦ ਇੱਦਾਂ ਨਾ ਹੋਵੇ ਕਿ ਕੋਈ ਵੀ ਸਾਡੇ ਤੇ 4.5 ਸਾਲ ਜਾਂ ਪੌਣੇ 5 ਸਾਲ ਤਸ਼ੱਦਦ ਕਰਦਾ, ਉਹ 3-4 ਮਹੀਨੇ ਸਾਡੇ ਦੁੱਖਾਂ ਨੂੰ, ਸਾਡੇ ਜ਼ਖਮਾਂ ਨੂੰ ਸਲਾ ਕੇ ਸਾਨੂੰ ਸੌਜ ਬਾਗ ਦਿਖਾਲ ਕੇ ਸਾਨੂੰ ਬਰਗਲਾ ਲੈ ਜਾਂਦਾ। ਸੋ ਮੈਂ ਇਸ NKN TV ਤੋਂ ਮੈਂ ਇਹ ਸੰਗਤਾਂ ਨੂੰ ਇਸ ਗੱਲ ਦਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸੰਗਤ ਜੀ, ਜਦੋਂ ਵੀ ਇਲੈਕਸ਼ਨ ਆਉਂਦੇ ਨੇ, ਜਦੋਂ ਇਲੈਕਸ਼ਨ ਦਾ ਸਮਾਂ ਹੁੰਦਾ ਹੈ, ਸਾਨੂੰ ਬਰਗਲਾਇਆ ਜਾਂਦਾ ਹੈ। ਸੋ ਕਿਰਪਾ ਕਰਕੇ ਆਪਣੇ ਮਤ ਤੋਂ ਕੰਮ ਲਾਓ, ਆਪਣੀ ਦਿਮਾਗ ਦੀ ਰੋਸ਼ਨੀ ਤੋਂ ਕੰਮ ਲਾਓ, ਉਸ ਸਰਕਾਰ ਨੂੰ ਗੱਦੀ 'ਤੇ ਬਿਠਾਓ ਜਿਹੜੇ ਸਾਡੇ ਹੱਕ ਦੀ ਗੱਲ ਕਰ ਸਕੇ, ਸਾਡੇ ਬੱਚਿਆਂ ਨੂੰ ਉੱਚ ਸਿੱਖਿਆ, ਸਾਨੂੰ ਚੰਗੀ ਸਿਹਤ ਤੇ ਸਹੂਲਤਾਂ ਪ੍ਰਦਾਨ ਕਰ ਸਕਣ। ਬਾਬਾ ਧੰਨਾ ਜੀ ਜੋ ਇੱਥੇ ਦੇ ਇਸ ਸਥਾਨ ਦੇ ਮਾਲਕ ਸਨ ਔਰ ਕਿਰਤ ਕਰਿਆ ਕਰਦੇ ਸਨ। ਮੈਂ ਕੈਮਰਾਮੈਨ ਨੂੰ ਦਿਖਾਵਾਂਗਾ, ਇਹ ਉਹ ਜੋ ਪੱਥਰ ਹੈ, ਜਿਸ ਦੇ ਉੱਤੇ ਵੱਡਾ ਚੌੜਾ ਜਿਹੜਾ ਪੱਥਰ ਹੈ, ਇਸ ਦੇ ਉੱਤੇ ਉਹ ਜੁੱਤੀਆਂ ਗੰਢਣ ਦਾ ਜਿਹੜਾ ਕੰਮ ਕਰਿਆ ਕਰਦੇ ਸਨ। ਸਾਡੇ ਨਾਲ ਪ੍ਰਧਾਨ ਸਾਹਿਬ ਇੱਥੇ ਮੌਜੂਦ ਨੇ। ਪ੍ਰਧਾਨ ਸਾਹਿਬ ਤੋਂ ਵੀ ਆਪਾਂ ਇਸ ਸੰਬੰਧੀ ਜਾਣਕਾਰੀ ਲਵਾਂਗੇ ਕਿ ਇਹ ਜਿਹੜਾ ਉਹਨਾਂ ਦਾ ਸਥਾਨ ਸੀ, ਉਹ ਇਸ ਪ੍ਰਬੰਧਕ ਕਮੇਟੀ ਦੇ ਅਧੀਨ ਕਿੱਦਾਂ ਆਇਆ। ਇਹ ਜੋ ਜਿੱਥੇ ਆਪਾਂ ਅੱਜ ਖਲੋਤੇ ਹਾਂ, ਇਹ ਪਾਵਨ ਪਵਿੱਤਰ ਸਥਾਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। 1515 ਈਸਵੀ ਵਿੱਚ ਇਹ ਘਰ ਹੋਇਆ ਕਰਦਾ ਸੀ। ਧੰਨ ਬਾਬਾ ਧੰਨਾ ਤੇ ਧੰਨ ਬਾਬਾ ਦੇਵੀਆ ਜੀ ਦਾ 2 ਸਕੇ ਭਰਾ ਸਨ। ਵੱਡੇ ਧੰਨਾ ਜੀ ਸਨ, ਦੇਵੀਆ ਜੀ ਪਿੰਡ ਦੇ ਚੌਕੀਦਾਰ ਸਨ। ਇਹ ਕੱਚੇ ਘਰ ਦੇ ਵਿੱਚ ਪਾਤਸ਼ਾਹ ਨੇ 4 ਸਾਲ ਤੋਂ ਵੱਧ ਸਮਾਂ ਬਤੀਤ ਕੀਤਾ, ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਇਹ ਜੋ ਸਿਲਾ ਤੁਸੀਂ ਦਰਸ਼ਨ ਕੀਤੇ ਨੇ, ਚੌਰ ਸਿਲਾ ਹੈ, ਪੱਥਰ ਹੈ, ਇਸ ਪੱਥਰ ਦੇ ਉੱਤੇ ਬਾਬਾ ਧੰਨਾ ਜੀ ਜੋੜੇ ਗੰਢਣ ਦੀ ਕਿਰਤ ਕਰਦੇ ਸੀ। ਬਾਬਾ ਧੰਨਾ ਜੀ ਜੋੜੇ ਗੰਢਣ ਦੀ ਕਿਰਤ 'ਚ ਇੰਨੇ ਮਾਹਰ ਸਨ ਕਿ ਉਹਨਾਂ ਦੇ ਬਣੇ ਹੋਏ ਜੋੜੇ ਕਾਬਲ ਕੰਧਾਰ ਪਸ਼ਾਵਰ ਤੱਕ ਆਮ ਜਾਂਦੇ ਸੀ। ਉਹਨਾਂ ਦੇ ਹੱਥ ਵਿੱਚ ਏਡੀ ਕਲਾ ਹੁੰਦੀ ਸੀ। ਸੋ ਇਹ ਜੋ ਹੱਥ ਵਸਤਾਂ ਨੇ, ਇਹ ਇੱਥੋਂ ਦੇ ਜੋ ਵਸਨੀਕ ਨੇ ਸ਼੍ਰੀ ਖਰਾਲਗੜ੍ਹ ਸਾਹਿਬ ਦੇ, ਪੀੜ੍ਹੀ ਦਰ ਪੀੜ੍ਹੀ ਸਾਨੂੰ ਇਹ ਵਿਰਾਸਤ ਵਿੱਚ ਮਿਲੇ ਨੇ। ਅੱਜ ਗੁਰਦੁਆਰਾ ਸਾਹਿਬ ਵਿਖੇ ਸ਼ੋਭਤ ਕੀਤੇ ਗਏ ਹਨ। ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਾਰਮਿਕ ਸਥਾਨ ਸ਼੍ਰੀ ਚਰਨ ਛੋਹ ਗੰਗਾ ਜੀ ਖੁਰਾਲਗੜ੍ਹ ਸਾਹਿਬ, ਇਹ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਸਥਿਤ ਹੈ, ਜਿੱਥੇ ਸ਼੍ਰੀ ਗੁਰਦਾਸ ਮਹਾਰਾਜ ਨੇ ਆਪਣੇ ਚਰਨਾਂ ਦੇ ਨਾਲ ਇੱਕ ਪੱਥਰ ਹਟਾ ਕੇ ਇੱਥੇ ਗੰਗਾ ਜਿਹੜੀ ਚਲਾਈ ਸੀ, ਚਰਨ ਛੋਹ ਗੰਗਾ ਜਿਹਨੂੰ ਨਾਮ ਦਿੱਤਾ ਗਿਆ ਬਾਅਦ ਦੇ ਵਿੱਚ। ਉਹ ਇੱਥੇ ਦੇ ਜਿਹੜੇ ਸੇਵਾਦਾਰ ਨੇ, ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸੰਤ ਜਗਵਿੰਦਰ ਸਿੰਘ ਲਾਂਬਾ ਖਮਾਣੋ ਇੰਚਾਰਜ ਗੁਰੂ ਘਰ ਤੇ ਸਾਬਕਾ ਵਿਜੀਲੈਂਸ ਅਧਿਕਾਰੀ ਜੋ ਆਪਣੀਆਂ ਨਿਰੰਤਰ ਸੇਵਾਵਾਂ ਇੱਥੇ ਦੇ ਰਹੇ, ਆਪਾਂ ਇਹਨਾਂ ਤੋਂ ਇਸ ਜਿਹੜਾ ਸਥਾਨ ਹੈ ਉਹਦੇ ਬਾਰੇ ਜਾਣਕਾਰੀ ਲੈਂਦੇ ਹਾਂ। ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੂ, ਚਿਰ ਪਿਓ ਦਰਸ਼ਨ ਦੇਖੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਆਪ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸ਼੍ਰੀ ਗੁਰੂ ਰਵਿਦਾਸ ਧਰਮ ਸਥਾਨ ਸ਼੍ਰੀ ਚਰਨ ਛੋਹ ਗੰਗਾ ਅੰਮ੍ਰਿਤਕੁੰਡ ਸੱਚਖੰਡ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਰਹੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀਓ, ਇੱਥੇ ਗੁਰੂ ਮਹਾਰਾਜ ਜੀ 4 ਸਾਲ 2 ਮਹੀਨੇ 11 ਦਿਨ ਰਹੇ। ਉਹਨਾਂ ਨੇ ਉਹ ਸਮੁੱਚੀ ਬਾਣੀ ਦੇ ਨਾਲ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਰਾਹੀਂ ਲੋਕਾਂ ਨੂੰ ਉਪਦੇਸ਼ ਦਿੱਤਾ ਅਤੇ ਸਤ ਧਰਮ ਦੇ ਚੱਲਣ ਦੀ ਪ੍ਰੇਰਨਾ ਕੀਤੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਜਗ੍ਹਾ 13 ਅਪ੍ਰੈਲ 1515 ਤੋਂ ਜਦੋਂ ਗੁਰੂ ਮਹਾਰਾਜ ਜੀ ਨੇ ਆਪਣੇ ਸੱਜੇ ਪੈਰ ਦੇ ਅੰਗੂਠੇ ਦੇ ਨਾਲ ਰਾਜਾ ਬੈਨ ਸਿੰਘ ਅਤੇ ਜਨਤਾ ਦੀ ਪ੍ਰਾਰਥਨਾ ਦੇ ਉੱਤੇ ਇੱਥੇ ਇਹ ਗੰਗਾ ਚਲਾਈ, ਉਦੋਂ ਤੋਂ ਹੁਣ ਤੱਕ ਨਿਰੰਤਰ ਚੱਲਦੀ ਆ ਰਹੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਇੱਥੋਂ ਜੋ ਵੀ ਜਲ ਲੈ ਕੇ ਜਾਂਦਾ ਹੈ, ਜੋ ਵੀ ਸ਼ਰਧਾ ਨਾਲ ਆਉਂਦਾ ਹੈ, ਉਹ ਜੋ ਵੀ ਆਪਣੀ ਮਨੋਕਾਮਨਾ ਲੈ ਕੇ ਆਉਂਦਾ ਹੈ, ਗੁਰੂ ਮਹਾਰਾਜ ਦੀਆਂ ਪੂਰੀਆਂ ਕਰਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰੂ ਜੀ ਨੇ ਆਪਣੀ ਬਾਣੀ ਦੇ ਵਿੱਚ ਬਹੁਤ ਸਮਝਾਇਆ ਹੈ ਕਿ ਐ ਪ੍ਰਾਣੀ, ਤੂੰ ਕਿਹੜੀਆਂ ਗੱਲਾਂ 'ਚ ਫਸਿਆ ਹੋਇਆ ਹੈ। ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, हाड मास नाड़ी को पिंजर, पंखी वसे बेचारा। प्राणी क्या मेरा क्या तेरा, जैसे तरवर पंख वसेरा, रखो कंधो सारो नीमा, 3.5 तेरी सीमा, बंके बाल पाग से ढेरी, ए तन होगो पशु की ढेरी, उच्चे मंदिर सुंदर नारी, राम नाम बिन बाजी हारी। मेरी जात कपीनी पात कमीनी, होशा जन्म हमारा, तुम सरनागत राजा रामचंद, कह रवदास मारा। गुरु महाराज ने अपनी बाणी के नाल इंसान को समझाया है, ऐ प्राणी तू उस परमात्मा का सिमरन कर,
ਜਿਹਨੇ ਤੈਨੂੰ ਚੰਗੀ ਸਿਹਤ ਦਿੱਤੀ ਹੈ, ਕਾਰੋਬਾਰ ਦਿੱਤਾ ਹੈ, ਪਰਿਵਾਰ ਦਿੱਤਾ ਹੈ, ਫਿਰ ਕਿਉਂ ਉਹਦੀ ਤੂੰ ਇਬਾਦਤ ਨਹੀਂ ਕਰਦਾ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਦੋਂ ਇੱਥੇ ਗੁਰੂ ਮਹਾਰਾਜ ਜੀ ਆਏ, ਉਹਨਾਂ ਨੇ ਜਨਤਾ ਨੂੰ, ਲੋਕਾਂ ਨੂੰ ਗੁਰਬਾਣੀ ਨਾਲ ਜੋੜਿਆ। ਤਾਂ ਜਿਹੜਾ ਰਾਜਾ ਬੈਣ ਸਿੰਘ ਸੀ, ਕਿਉਂਕਿ ਉਹ ਬੜਾ ਅੱਖੜ ਖਾ ਸੀ, ਮੀਰਾਂ ਬਾਈ ਦਾ ਮਾਸੜ ਲੱਗਦਾ ਸੀ। ਮੀਰਾਂ ਬਾਈ ਨੇ ਜਦੋਂ ਗੁਰੂ ਮਹਾਰਾਜ ਜੀ ਕੋਲੋਂ ਦੀਕਸ਼ਾ ਲਈ ਤੇ ਉਹਨਾਂ ਨੇ ਗੁਰੂ ਮਹਾਰਾਜ ਨੂੰ ਕਿਹਾ, ਸਤਿਗੁਰੂ ਰਵਿਦਾਸ ਮਹਾਰਾਜ ਨੂੰ, ਕਿ ਜੇ ਤੁਸੀਂ ਕਦੇ ਪੰਜਾਬ ਵਿੱਚ ਜਾਵੋ ਤਾਂ ਮੇਰੇ ਮਾਸੜ ਨੂੰ ਜ਼ਰੂਰ ਮਿਲਿਓ। ਉਹਨਾਂ ਨੂੰ ਇਹ ਸੀ ਕਿ ਹੋ ਸਕਦਾ ਹੈ ਉਹਨਾਂ ਦੇ ਭਾਗ ਵੀ ਜਾਗ ਪੈਣ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਦੋਂ ਗੁਰੂ ਮਹਾਰਾਜ ਜੀ ਇੱਥੇ ਆਏ ਤਾਂ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਗੁਰਬਾਣੀ ਦੇ ਨਾਲ ਪ੍ਰਚਾਰ ਕਰਨਾ ਸ਼ੁਰੂ ਕੀਤਾ। ਤਾਂ ਆਲੇ ਦੁਆਲੇ ਰੌਲਾ ਪੈ ਗਿਆ ਕਿ ਸੰਤ ਜੀ ਆਏ ਹਨ, ਜਿਹੜਿਆਂ ਦੇ ਬਚਨ ਬੜੇ ਚੰਗੇ ਹਨ, ਧੁਰਕੀ ਬਾਣੀ ਦਾ ਉਹ ਅਗਵਾਨ ਕਰਦੇ ਹਨ। ਇਹ ਗੱਲ ਰਾਜੇ ਦੇ ਕੰਨ ਵਿੱਚ ਵੀ ਪੈ ਗਈ। ਉਸਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਕਿ ਜਾਓ ਦੇਖੋ ਕੌਣ ਸੰਤ ਹੈ ਜਿਹਦੇ ਮਗਰ ਇੰਨੀ ਦੁਨੀਆ ਲੱਗੀ ਹੋਈ ਹੈ। ਪਿਆਰੀ ਸਾਧ ਸੰਗਤ ਜੀਓ, ਜਦੋਂ ਹੀ ਰਾਜਾ ਬੈਣ ਸਿੰਘ ਨੂੰ ਇਹ ਪਤਾ ਲੱਗਿਆ ਕਿ ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਹਨ, ਉਹ ਗੁੱਸੇ 'ਚ ਹੋ ਗਏ। ਉਹਨਾਂ ਨੂੰ ਪਤਾ ਸੀ ਕਿ ਸਾਡੀ ਮੀਰਾ ਬਾਈ ਜਿਹੜੀ ਹੈ ਛਤਰਾਣੀ, ਇਸ ਨੇ ਉਲਟ ਰਸਤੇ ਪਾਈ ਹੋਈ ਹੈ। ਪਿਆਰੀ ਸਾਧ ਸੰਗਤ ਜੀਓ, ਹੁਕਮ ਕਰ ਦਿੱਤੇ ਰਾਜੇ ਨੇ ਕਿ ਜਿੱਥੇ ਵੀ ਹੈ ਰਵਿਦਾਸ ਨੂੰ ਫੜ ਕੇ ਲਿਆਇਆ ਜਾਵੇ। ਉਹਨਾਂ ਨੂੰ ਲਿਆਂਦਾ ਗਿਆ ਅਤੇ ਕਾਰਾਗਾਰ ਦੇ ਵਿੱਚ, ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਪਿਆਰੀ ਸਾਧ ਸੰਗਤ ਜੀਓ, ਉੱਥੇ ਜਿੰਨੇ ਵੀ ਕੈਦੀ ਸੀ ਸਾਰੇ ਹੱਥ ਦੀਆਂ ਚੱਕੀਆਂ ਦੇ ਨਾਲ ਆਟਾ ਪੀਸਦੇ ਸਨ। ਪਰ ਗੁਰੂ ਜੀ ਨੂੰ ਕਿਹਾ ਗਿਆ, ਤੇਰਾ ਤਾਂ ਜਿਹੜਾ ਜ਼ੁਰਮ ਬਹੁਤ ਵੱਡਾ ਹੈ, ਤੈਨੂੰ ਛੋਟੀ ਸਜ਼ਾ ਨਹੀਂ ਦਿੱਤੀ ਜਾਣੀ, ਤੂੰ ਵੱਡਾ ਖਰਾ ਜਿਹੜਾ ਬੈਲਾਂ ਨਾਲ ਚੱਲਦਾ ਹੈ ਉਹ ਚਲਾ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਦੋਂ ਇੰਨੇ ਹੁਕਮ ਹੋਏ ਤਾਂ ਗੁਰੂ ਮਹਾਰਾਜ ਜੀ ਮੁਸਕਰਾ ਪਏ ਅਤੇ ਜਿਹੜੇ ਦੂਸਰੇ ਕੈਦੀ ਸੀ ਉਹ ਕਹਿੰਦੇ ਵੀ ਤੁਸੀਂ ਛੇਤੀ ਕੰਮ ਕਰਨਾ ਸ਼ੁਰੂ ਕਰ ਦਿਓ, ਰਾਜਾ ਬੜਾ ਖਰਾਬ ਹੈ। ਪਿਆਰੀ ਸਾਧ ਸੰਗਤ ਜੀਓ, ਜਦੋਂ ਗੁਰੂ ਮਹਾਰਾਜ ਦਿਵ ਦ੍ਰਿਸ਼ਟੀ ਨਾਲ ਉਹਨਾਂ ਆਪਣੇ ਨੇਤਰ, ਉਹਨਾਂ ਦੇ ਗੱਡੇ, ਚੱਕੀਆਂ ਆਪੋ ਆਪ ਚੱਲ ਪਈਆਂ। ਰੌਲਾ ਪੈ ਗਿਆ, ਇਹ ਤਾਂ ਕੋਈ ਕਰਾਮਾਤੀ, ਇਹ ਤਾਂ ਕੋਈ ਅਗੰਮੀ, ਕੋਈ ਸਾਧੂ ਸੰਤ ਮਹਾਤਮਾ ਪਰਮਾਤਮਾ ਦਾ ਰੂਪ ਹੈ। ਇਹ ਗੱਲ ਜਦੋਂ ਰਾਜੇ ਨੂੰ ਪਹੁੰਚੀ ਤਾਂ ਉਹ ਆ ਕੇ ਬੜਾ ਨਤਮਸਤਕ ਹੋਇਆ ਅਤੇ ਬੜਾ ਉਹਨੇ ਅਫਸੋਸ ਪ੍ਰਗਟ ਕੀਤਾ। ਪਿਆਰੀ ਸਾਧ ਸੰਗਤ ਜੀਓ, ਇਸ ਦੇ ਇੱਥੇ ਹੀ ਬਸ ਨਹੀਂ, ਰਾਜੇ ਨੇ ਕਿਹਾ ਕਿ ਸਾਡੇ ਇਹ ਗੁਰੂ ਮਹਾਰਾਜ, ਸਾਡੇ ਇਲਾਕੇ ਦੇ ਵਿੱਚ ਅੰਨ ਦੀ ਬੜੀ ਘਾਟ ਹੈ। ਪਿਆਰੀ ਸਾਧ ਸੰਗਤ ਜੀਓ, ਅੱਜ ਵੀ ਦੇਖੋ ਆਲੇ ਦੁਆਲੇ ਪੱਥਰ ਹੀ ਪੱਥਰ ਹਨ, ਹੋਰ ਕੁਛ ਨਹੀਂ ਹੈ। ਪਰ ਜਦੋਂ ਥੋੜ੍ਹਾ ਜਿਹਾ ਮੀਂਹ ਪੈ ਜਾਂਦਾ ਹੈ, ਜਦੋਂ ਮੱਕੀ ਬੀਜ ਦਿੱਤੀ ਜਾਂਦੀ ਹੈ ਜਾਂ ਹੋਰ ਫਸਲ ਇੰਨੀ ਹੋ ਜਾਂਦੀ ਹੈ ਕਿ ਰੱਜ ਜਾਂਦੇ ਹਨ, ਇੰਨੀ ਭਰਪੂਰ ਫਸਲ ਹੁੰਦੀ ਹੈ। ਕਿਉਂ? ਗੁਰੂ ਮਹਾਰਾਜ ਦਾ ਆਸ਼ੀਰਵਾਦ ਹੋਇਆ ਹੈ। ਇਸ ਤੋਂ ਬਾਅਦ ਰਾਜਾ ਨੇ ਕਿਹਾ ਕਿ ਪਾਣੀ ਦੀ ਬੜੀ ਕਿੱਲਤ ਹੈ, ਪਾਣੀ ਹੈ ਨਹੀਂ ਸਾਡੇ ਆਲੇ ਦੁਆਲੇ, ਕਿਤੇ ਪਾਣੀ ਨਹੀਂ। ਗੁਰੂ ਜੀ ਕਹਿੰਦੇ ਨਹੀਂ, ਪਾਣੀ ਬਹੁਤ ਹੈ। ਪਿਆਰੀ ਸਾਧ ਸੰਗਤ ਜੀ, ਉੱਪਰੋਂ 2.5 ਕਿਲੋਮੀਟਰ ਜਦੋਂ ਥੱਲੇ ਆਏ ਤਾਂ ਇੱਥੇ ਇੱਕ ਵੱਡਾ ਪੱਥਰ ਪਿਆ ਸੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਰਾਜੇ ਨੂੰ ਕਿਹਾ ਕਿ ਰਾਜਨ ਇਹਨੂੰ ਪਰੇ ਕਰ, ਉਠਾ ਪਰੇ। ਪਰ ਉਹਨੇ ਜ਼ੋਰ ਲਾਇਆ, ਨਹੀਂ ਹੋਇਆ। ਉਹ ਕਹਿੰਦਾ ਸਤਿਗੁਰੂ ਜੀ ਆਪੇ ਹੀ ਕਿਰਪਾ ਕਰੋ। ਜਦੋਂ ਗੁਰੂ ਮਹਾਰਾਜ ਨੇ ਆਪਣੇ ਸੱਜੇ ਪੈਰ ਦੇ ਅੰਗੂਠੇ ਨਾਲ ਉਸ ਪੱਥਰ ਨੂੰ ਪਰੇ ਕੀਤਾ, ਉਹਦੇ ਵਿੱਚੋਂ ਝਰਨਾ, ਇਹ ਅੰਮ੍ਰਿਤ ਧਾਰਾ ਜਿਹਨੂੰ ਚਰਨ ਛੋਹ ਗੰਗਾ ਅਸੀਂ ਕਹਿੰਦੇ ਹਾਂ, ਇਹ ਫੁੱਟ ਪਈ। ਪਿਆਰੀ ਸਾਧ ਸੰਗਤ ਜੀਓ, ਇਹਦਾ ਨਾਂ ਹੈ ਅੰਮ੍ਰਿਤ ਕੁੰਡ ਸੱਚਖੰਡ ਸ਼੍ਰੀ ਖੁਰਾਗੜ੍ਹ ਸਾਹਿਬ। ਚਰਨ ਛੋਹ ਗੰਗਾ, ਅੰਮ੍ਰਿਤ ਕੁੰਡ ਸੱਚਖੰਡ। ਚਰਨ ਛੋਹ ਗੰਗਾ 3 ਸ਼ਬਦਾਂ ਦੇ ਸੁਮੇਲ ਨਾਲ ਬਣੀ ਹੋਈ ਹੈ। ਚਰਨ ਛੋਹ ਗੰਗਾ, ਚਰਨ ਭਾਵ, ਛੋਹ ਟੱਚ ਕਰਨਾ ਅਤੇ ਗੰਗਾ ਦਾ ਪ੍ਰਗਟ ਹੋਣਾ। ਪਾਪ ਕਿਹਦੇ ਸੀਗੇ? ਪੈਰ ਕਿਸ ਦੇ ਸੀ? ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ। ਅਤੇ ਪੱਥਰ ਨੂੰ ਛੋਹਿਆ, ਟੱਚ ਕੀਤਾ, ਪਰੇ ਕੀਤਾ, ਉਹਦੇ ਵਿੱਚੋਂ ਗੰਗਾ ਦੀ ਧਾਰਾ ਪ੍ਰਗਟ ਹੋ ਗਈ। ਅੰਮ੍ਰਿਤ ਕੁੰਡ ਕਿਉਂ ਕਿਹਾ ਜਾਂਦਾ ਹੈ? ਪਿਆਰੀ ਸਾਧ ਸੰਗਤ ਜੀਓ, ਆਪ ਬਹੁਤ ਸਾਰੇ ਗੁਰਧਾਮਾਂ 'ਤੇ ਗਏ ਹੋਵੋਗੇ ਅਤੇ ਸਰੋਵਰ ਦੇ ਵਿੱਚ ਇਸ਼ਨਾਨ ਵੀ ਕੀਤਾ ਹੋਵੇਗਾ। ਪਿਆਰੀ ਸਾਧ ਸੰਗਤ ਜੀਓ, ਜਿੰਨੇ ਵੀ ਸਰੋਵਰ ਹਨ ਉਹਨਾਂ ਵਿੱਚ ਜਿਹੜਾ ਪਾਣੀ ਹੈ ਬਾਹਰਲੇ ਸਰੋਤ ਤੋਂ ਪਾਇਆ ਜਾਂਦਾ ਹੈ, ਚਾਹੇ ਨਹਿਰ ਦਾ ਪਾਣੀ ਪਾਇਆ ਜਾਂਦਾ ਹੋਵੇ ਜਾਂ ਟਿਊਬਵੈੱਲ ਦਾ। ਪਰ ਇਹ ਇੱਕ ਅਲੌਕਿਕ ਅਗੰਮੀ ਸਰੋਵਰ ਹੈ ਜਿਹਦੇ ਵਿੱਚੋਂ ਆਪਣੇ ਆਪ ਉਹ ਧਾਰਾ ਫੁੱਟਦੀ ਹੈ ਅਤੇ 24 ਘੰਟੇ ਦੇ ਅੰਦਰ ਚੱਲਦੀ ਹੈ। 13 ਅਪ੍ਰੈਲ 1515 ਤੋਂ ਹੁਣ ਤੱਕ 507 ਸਾਲ ਦੇ ਕਰੀਬ ਹੋਣ ਵਾਲੇ ਹਨ। ਇਹ ਲਗਾਤਾਰ ਇਸੇ ਤਰ੍ਹਾਂ ਹੀ ਵਹਿੰਦੀ ਰਹਿੰਦੀ ਹੈ। ਇਸ ਇਲਾਕੇ ਵਿੱਚ ਆਲੇ ਦੁਆਲੇ ਕਿਤੇ ਪਾਣੀ ਨਹੀਂ ਹੈ। ਇਹ ਇੱਕ ਅਲੌਕਿਕ ਰੱਬੀ ਕਰਿਸ਼ਮਾ ਹੈ ਜਿਹੜਾ ਸਤਿਗੁਰੂ ਰਵਿਦਾਸ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਦੇ ਨਾਲ ਇਹ ਪ੍ਰਗਟ ਹੋਇਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਇੱਥੇ ਜੋ ਵੀ ਸੰਤ ਮਹਾਤਮਾ ਆਉਂਦੇ ਹਨ, ਨਤਮਸਤਕ ਹੁੰਦੇ ਹਨ, ਕੋਈ ਸੇਵਕ ਆਉਂਦਾ ਹੈ, ਉਹਦੀ ਮਨੋਕਾਮਨਾ ਪੂਰੀ ਹੁੰਦੀ ਹੈ। ਬਹੁਤ ਬਹੁਤ ਧੰਨਵਾਦ ਸੰਤ ਲਾਂਬਾ ਜੀ ਦਾ, ਜਿਨ੍ਹਾਂ ਨੇ ਇਤਿਹਾਸ ਤੋਂ ਜਾਣੂ ਕਰਾਇਆ। ਇਤਿਹਾਸ ਅੱਜ ਤੋਂ 500 ਸਾਲ ਪੁਰਾਣਾ ਇਸ ਚਰਨ ਛੋਹ ਗੰਗਾ ਦਾ। ਸਾਡੇ ਤੋਂ ਪਹਿਲਾਂ ਵੀ ਕਈਆਂ ਨੇ ਤੁਹਾਨੂੰ ਇਸ ਦੇ ਦਰਸ਼ਨ ਕਰਾਏ ਹੋਊਗੇ, ਅਸੀਂ ਵੀ ਕਰਾਉਣ ਜਾ ਰਹੇ ਹਾਂ। ਸਾਡਾ ਮਕਸਦ ਇਹ ਹੈ ਕਿ ਜਿਹੜੀ ਸੰਗਤ ਘਰੋਂ ਚੱਲ ਕੇ ਇੱਥੇ ਨਹੀਂ ਆ ਸਕਦੀ, ਅਸੀਂ ਆਪਣੇ TV ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਧਾਰਮਿਕ ਸਥਾਨ ਦੇ ਤੁਹਾਨੂੰ ਜ਼ਰੂਰ ਦਰਸ਼ਨ ਕਰਾਈਏ। ਮੈਂ ਕੈਮਰਾਮੈਨ ਨੂੰ ਜ਼ਰੂਰ ਕਹਾਂਗਾ ਉਸ ਸਰੋਵਰ ਦੇ
ਉਸ ਕੁੰਡ ਦੇ, ਉਸ ਪਵਿੱਤਰ ਗੰਗਾ ਦੇ ਦਰਸ਼ਨ ਜ਼ਰੂਰ ਕਰਾਵੇ, ਜਿਸ ਦਾ ਪਾਣੀ ਨਿਰੰਤਰ 24 ਘੰਟੇ ਚੱਲਦਾ ਹੈ। ਔਰ ਮੈਂ ਕੈਮਰਾਮੈਨ ਨੂੰ ਇਹ ਵੀ ਕਹਾਂਗਾ, ਜਿਹੜੀ ਉੱਪਰ ਦਰਬਾਰ ਜਿਹੜਾ ਬਣਿਆ ਆ ਉਹਦੇ ਵੀ ਇੱਥੋਂ ਦਰਸ਼ਨ ਕਰਾਵੇ ਕਿ ਜਿਹੜਾ ਪਾਣੀ ਆ ਇੱਥੋਂ ਲਿਫਟ ਕਰਕੇ ਉੱਥੇ ਲੈ ਕੇ ਜਾਂਦੇ ਆ। ਪੀਣ ਨੂੰ ਵੀ ਇਹੀ ਪਾਣੀ ਵਰਤਿਆ ਜਾਂਦਾ, ਨਹਾਉਣ ਨੂੰ ਵੀ ਇਹੀ ਪਾਣੀ ਵਰਤਿਆ ਜਾਂਦਾ, ਭਾਂਡੇ ਧੋਣ ਨੂੰ ਵੀ ਇਹੀ ਪਾਣੀ ਵਰਤਿਆ ਜਾਂਦਾ। ਔਰ ਇੱਥੋਂ ਲਿਫਟ ਕਰਕੇ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਦਰਬਾਰ ਦੇ ਉੱਪਰ ਲੈ ਕੇ ਜਾਂਦੇ ਨੇ। ਔਰ ਕਿੰਨਾ ਪਵਿੱਤਰ ਇਹ ਜਲ ਹੈ ਜੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਚਰਨਾਂ ਦੇ ਨਾਲ ਉਹ ਪੱਥਰ ਹਟਾ ਕੇ ਇੱਥੇ ਪਾਣੀ ਦੀ ਗੰਗਾ ਦੀ ਜਿਹੜੀ ਹੈ ਧਾਰਾ ਬਹਾਈ ਸੀ। ਅੱਜ ਆਪਾਂ ਬਹੁਤ ਹੀ ਧਾਰਮਿਕ ਪਵਿੱਤਰ ਸਥਾਨ, ਜਿੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ 13 ਅਪ੍ਰੈਲ 1515 ਦੇ ਵਿੱਚ ਆਪਣੀ ਸ਼ਕਤੀ ਦੇ ਨਾਲ ਇੱਥੇ ਗੰਗਾ ਦਾ ਜਨਮ ਕੀਤਾ ਸੀਗਾ। ਉਸ ਸਥਾਨ ਦੇ ਜਿਹੜੇ ਸੇਵਾਦਾਰ ਨੇ, ਜਿਹੜੇ ਇੱਥੇ ਇਸ ਵੇਲੇ ਸੇਵਾ ਨਿਭਾ ਰਹੇ ਨੇ, ਸੰਤ ਸਤਵਿੰਦਰ ਸਿੰਘ ਜੀ ਹੀਰਾ, ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ। ਅੱਜ ਸੰਗਤਾਂ ਨੂੰ ਅਸੀਂ ਰੂਬਰੂ ਲੈ ਕੇ ਆ ਰਹੇ ਇਹਨਾਂ ਦੇ, ਔਰ ਕੁਝ ਜਾਣਕਾਰੀਆਂ ਵੀ ਆਪਾਂ ਹਾਸਲ ਕਰਦੇ ਹਾਂ ਇਹਨਾਂ ਤੋਂ ਕਿ ਇਸ ਸਥਾਨ ਦਾ ਜਿਹੜਾ ਮਿਸ਼ਨ ਹੈ ਜਾਂ ਇੱਥੋਂ ਦੀ ਜਿਹੜੀ ਹੈ ਸ਼ਕਤੀ ਹੈ ਉਹ ਕਿੱਥੇ ਕਿੱਥੇ ਤੱਕ ਇਹਨਾਂ ਨੇ ਪਹੁੰਚਾਈ ਹੈ, ਔਰ ਸੰਗਤਾਂ ਦਾ ਇੱਥੇ ਵਾਸਤੇ ਕੀ ਆਉਣਾ ਤੇ ਕੀ ਜਾਣਾ ਤੇ ਕੀ ਕਹਿਣਾ। ਜੈ ਗੁਰਦੇਵ, ਧੰਨ ਗੁਰਦੇਵ। NKN TV ਜਿਹੜੇ ਕਿ ਅੱਜ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਸਥਾਨ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਸਾਹਿਬ ਖੁਰਾਲਗੜ੍ਹ ਦੀ ਪਵਿੱਤਰ ਧਰਤੀ 'ਤੇ ਸੰਗਤਾਂ ਨੂੰ ਇਸ ਅਸਥਾਨ ਦੇ ਦਰਸ਼ਨ ਕਰਾਉਣ ਵਾਸਤੇ ਪਹੁੰਚੇ ਹੈ। ਸਭ ਤੋਂ ਪਹਿਲਾਂ ਜੀ ਆਇਆਂ ਆਖਦੇ ਹਾਂ। ਔਰ ਇਸ ਪਵਿੱਤਰ ਅਸਥਾਨ ਦਾ ਇਤਿਹਾਸ, ਜਿਵੇਂ ਕਿ ਆਪ ਜੀ ਨੇ ਸਵਾਲ ਵਿੱਚ ਹੀ ਦੱਸਿਆ, 13 ਅਪ੍ਰੈਲ 1515 ਈਸਵੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਰਾਜਾ ਬੈਨ ਸਿੰਘ ਦੀ ਬੇਨਤੀ 'ਤੇ ਪਾਣੀ ਦੀ ਕਿੱਲਤ ਨੂੰ ਮੁੱਖ ਰੱਖਦੇ ਹੋਏ ਆਪਣੇ ਜੋ ਬ੍ਰਹਮ ਸ਼ਕਤੀ ਸੀ ਉਸ ਦੇ ਨਾਲ ਗੰਗਾ ਪ੍ਰਗਟ ਕੀਤੀ। ਔਰ ਨਾਲ ਹੀ ਉਹਨਾਂ ਨੇ ਵਰ ਦਿੱਤਾ ਕਿ ਐ ਰਾਜਨ, ਜਿੱਥੋਂ ਤੱਕ ਤੂੰ ਆਪਣੀ ਰਿਆਸਤ ਵਿੱਚ ਜਾਏਗਾ ਉੱਥੋਂ ਤੱਕ ਇਹ ਗੰਗਾ ਤੇਰੇ ਪਿੱਛੇ ਪਿੱਛੇ ਆਵੇਗੀ, ਔਰ ਲਹਿੰਦੇ ਵੱਲ ਨੂੰ ਨਹੀਂ ਜਾਣਾ, ਚੜ੍ਹਦੇ ਵੱਲ ਨੂੰ ਜਾਣਾ ਹੈ। ਅਤੇ ਰਾਜਾ ਬੈਨ ਗੁਰੂ ਜੀ ਦਾ ਹੁਕਮ ਮੰਨ ਕੇ ਚੱਲਿਆ, ਔਰ ਲਗਭਗ 500 ਮੀਟਰ 'ਤੇ ਜਾ ਕੇ ਉਸ ਨੂੰ ਵਹਿਮ ਭਰਮ ਹੋ ਗਿਆ, ਉੱਥੇ ਉਹ ਰੁਕ ਗਿਆ। ਅੱਜ ਲਗਾਤਾਰ ਉਹ ਜੋ ਗੰਗਾ ਹੈ, ਜੋ ਕਿ ਸ਼੍ਰੀ ਚਰਨ ਛੋਹ ਗੰਗਾ ਦੇ ਨਾਮ ਨਾਲ ਜਾਣੀ ਜਾਂਦੀ ਹੈ, ਉਹ ਪਾਣੀ, ਉਹ ਜਲ, ਉਹ ਪਵਿੱਤਰ ਜੋ ਹੈ ਸੋਮਾ ਹੈ, ਉਹ 24 ਘੰਟੇ ਲਗਾਤਾਰ ਉਹ ਪ੍ਰਗਟ ਹੋ ਰਿਹਾ, ਔਰ 500 ਲਗਭਗ ਮੀਟਰ 'ਤੇ ਜਾ ਕੇ ਉਹ ਅਲੋਪ ਹੋ ਰਿਹਾ। ਸੋ ਇਹ ਇੱਥੋਂ ਦਾ ਜੋ ਹੈ ਸੰਖੇਪ ਦੇ ਵਿੱਚ ਇਤਿਹਾਸ ਹੈ। ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਬਾਨੀ ਬਾਬਾ ਬੰਤਾ ਰਾਮ ਖੇੜਾ ਜੀ, ਜਿਨ੍ਹਾਂ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਇਤਿਹਾਸਕ ਸਥਾਨਾਂ ਦੀ ਖੋਜ ਆਰੰਭ ਕੀਤੀ। ਮਈ 1964 ਦੇ ਵਿੱਚ ਸੀਰ ਗੋਵਰਧਨਪੁਰ ਕਾਸ਼ੀ, ਜਿੱਥੇ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਹੋਇਆ, ਉਸ ਸਥਾਨ ਨੂੰ ਲੱਭਿਆ। ਔਰ 1983 ਦੇ ਵਿੱਚ ਇੱਕ ਟੀਮ ਬਣਾ ਕੇ, ਜਿਸ ਦੇ ਵਿੱਚ ਮੌਜੂਦਾ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ, ਉਹਨਾਂ ਦੇ ਨਾਲ ਸੰਤ ਰਾਮ ਰਤਨ ਜੀ, ਬਾਬਾ ਢੇਰੂ ਰਾਮ ਜੀ, ਸੰਤ ਗਰਧਾਰੀ ਲਾਲ ਜੀ ਅਤੇ ਸੰਤ ਬ੍ਰਹਮਲੀਨ ਸੰਤ ਸੋਹਣ ਲਾਲ ਜੀ ਪ੍ਰਚਾਰਕ, ਅਤੇ ਹੋਰ ਉਸ ਸਮੇਂ ਦੇ ਜਿਹੜੇ ਉਹਨਾਂ ਦੇ ਨਾਲ ਟੀਮ ਸੀ, ਉਹਨਾਂ ਨੇ ਇੱਥੇ ਦੀ ਖੋਜ ਪੂਰੀ ਕੀਤੀ। ਔਰ ਇਹ ਜੋ ਖੋਜ ਕਰਨ ਤੋਂ ਪਹਿਲਾਂ ਜੋ ਪਿੰਡ ਦੇ ਵਿੱਚ ਇੱਕ ਸਥਾਨ ਹੈ ਜਿੱਥੇ ਗੁਰੂ ਮਹਾਰਾਜ ਜੀ ਨੇ ਗਿਆਨ ਦਿੱਤਾ, ਉਸ ਸਥਾਨ ਦੀ ਵੀ ਖੋਜ ਕੀਤੀ ਹੈ। ਔਰ ਇਹ ਖੋਜਾਂ ਜਦੋਂ ਆਰੰਭ ਕੀਤੀਆਂ, ਉਸ ਤੋਂ ਬਾਅਦ ਦਰਜਾ ਬਦਰਜਾ ਖੋਜਾਂ ਹੁੰਦੀਆਂ ਗਈਆਂ। ਔਰ ਬਾਬਾ ਬੰਤਾ ਰਾਮ ਖੇੜਾ ਜੀ, ਜਿਸ ਤਰ੍ਹਾਂ ਕਿ ਪਤਾ ਹੈ ਕਿ 1998 ਦੇ ਵਿੱਚ ਇਸ ਦੁਨੀਆ, ਜੋ ਫਾਨੀ ਦੁਨੀਆ, ਇੱਥੋਂ ਅਲਵਿਦਾ ਕਹਿੰਦੇ ਹੋਏ ਗੁਰੂ ਜੀ ਦੇ ਚਰਨਾਂ ਵਿੱਚ ਜਾ ਬਰਾਜੇ। ਉਸ ਉਪਰੰਤ ਮਿਸ਼ਨ ਜੋ ਹੈ ਥੋੜ੍ਹਾ ਲੜਖੜਾਇਆ, ਲੇਕਿਨ 2006 ਦੇ ਵਿੱਚ ਜੋ ਲਾਲਾ ਮਹਿੰਦਰਪਾਲ ਚੁੰਬਰ ਹੈ, ਪਿੰਡ ਮੀਰਪੁਰ ਜੱਟਾਂ, ਉਸਨੇ 40 ਕਿੱਲੇ ਜ਼ਮੀਨ ਗੰਗਾ ਦੇ ਇਰਦ ਗਿਰਦ ਜੋ ਹੈ ਉਹ ਖਰੀਦ ਕੇ ਵੱਖ-ਵੱਖ ਨਾਵਾਂ 'ਤੇ ਲਗਵਾਈ। ਔਰ ਉਸ ਤੋਂ ਉਪਰੰਤ ਆਲ ਇੰਡੀਆ ਆਦਿ ਧਰਮ ਮਿਸ਼ਨ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਸਥਾਨ ਚਰਨ ਛੋਹ ਗੰਗਾ, ਇਹ ਜੋ ਨਿਸ਼ਾਨ ਹੈ 4698 ਦੌਰੇ ਰੰਬੀਆਰ, ਇਸ ਦੇ ਨਾਂ 'ਤੇ ਰਜਿਸਟਰੀ ਕਰਵਾ ਦਿੱਤੀ।
ਉਸ ਤਹਿਤ ਅੱਜ ਜੋ ਸੰਤ ਹਨ, ਮੇਰੇ ਸੱਜੇ ਪਾਸੇ ਇੱਧਰ ਖੱਬੇ ਪਾਸੇ ਮੇਰੇ ਬੈਠੇ ਹਨ ਸੰਤ ਜਗਵਿੰਦਰ ਲਾਂਬਾ ਜੀ, ਇਹ ਗੁਰੂ ਘਰ ਦੇ ਇੰਚਾਰਜ ਹਨ। ਉਸ ਪਾਸੇ ਆਪ ਜੀ ਦੇ ਨਾਲ ਬੈਠੇ ਹਨ ਸੰਤ ਸੁਰਿੰਦਰ ਦਾਸ ਜੀ, ਔਰ ਉਹਨਾਂ ਦੇ ਨਾਲ ਬੈਠੇ ਹਨ ਸੰਤ ਸੁੱਚਾ ਸਿੰਘ ਜੀ ਭੌਰੀਆ। ਇਸ ਪਾਸੇ ਜੇ ਅਸੀਂ ਅੱਗੇ ਜਾਂਦੇ ਹਾਂ ਤੇ ਸਾਡੇ ਨਾਲ ਬੈਠੇ ਹਨ ਕੌਮੀ ਕੈਸ਼ੀਅਰ ਅਮਿਤ ਕੁਮਾਰ ਪਾਲ ਜੀ, ਉਹਨਾਂ ਦੇ ਨਾਲ ਹੈੱਡ ਕੈਸ਼ੀਅਰ ਸੰਤ ਕਰਮਚੰਦ ਜੀ ਬੀੜੇਵਾਲ। ਅਨੇਕਾਂ ਹੀ ਸੰਤ ਜਿਹੜੇ ਹੈ ਉਹ ਅੱਜ ਇਸ ਮਿਸ਼ਨ ਦੇ ਵਿੱਚ ਜੁੜੇ ਹੋਏ ਹੈ। ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸ਼ਕਤੀ ਕਿੱਥੇ ਕਿੱਥੇ ਪਹੁੰਚੀ, ਸ਼ਕਤੀ ਤੇ ਪਹਿਲਾਂ ਹੀ ਸੀ, ਲੇਕਿਨ ਉਸ ਨੂੰ ਜਾਗਰਤ ਕਰਨਾ, ਉਸ ਨੂੰ ਸਮਾਜ ਦੇ ਧਿਆਨ ਵਿੱਚ ਲਿਆਉਣਾ, ਇਹ ਆਲ ਇੰਡੀਆ ਧਰਮ ਮਿਸ਼ਨ ਨੇ ਕਸ਼ਮੀਰ ਤੋਂ ਲੈ ਕੇ ਜੋ ਸਾਡੇ ਕੰਨਿਆ ਕੁਮਾਰੀ ਹੈ ਔਰ ਵੈਸਟ ਬੰਗਾਲ ਤੋਂ ਲੈ ਕੇ ਗੁਜਰਾਤ ਤੱਕ ਜਿਤਨੇ ਸਥਾਨ ਹਨ ਗੁਰੂ ਮਹਾਰਾਜ ਦੇ, ਉਹ ਲਗਾਤਾਰ ਖੋਜੇ ਜਾ ਰਹੇ ਹਨ। ਜਿਨ੍ਹਾਂ ਦੇ ਵਿੱਚੋਂ ਸਰਸਈ ਜੋ ਕਿ ਮੱਧ ਪ੍ਰਦੇਸ਼ ਦੇ ਵਿੱਚ ਹੈ, ਉਸ ਸਥਾਨ ਦੀ ਖੋਜ ਹੋ ਚੁੱਕੀ ਹੈ। ਕੁੰਡੀ ਸਾਹਿਬ ਹੈ ਜਿਹੜਾ ਕਿ ਕਸਬਾ ਮਾਂਡੂ ਦੇ ਵਿੱਚ ਜ਼ਿਲ੍ਹਾ ਧਾਰ ਦੇ ਵਿੱਚ ਹੈ, ਉਸ ਦੀ ਖੋਜ ਹੋ ਚੁੱਕੀ ਹੈ। ਸੱਚਖੰਡ ਲੋਟਣੀ ਹੈ ਜਿਹੜਾ ਕਿ ਝਾਰਖੰਡ ਦੇ ਬਾਰਡਰ ਤੇ ਹੈ, ਬਿਹਾਰ ਦੇ ਵਿੱਚ ਪੈਂਦਾ, ਉਸ ਸਥਾਨ ਦੀ ਖੋਜ ਹੋ ਚੁੱਕੀ ਹੈ। ਉੱਥੇ 2 ਕਿੱਲੇ ਜ਼ਮੀਨ ਲਈ ਜਾ ਚੁੱਕੀ ਹੈ। ਇਸੇ ਤਰ੍ਹਾਂ ਲੈਂਡ ਆਫ ਅਲੋਰਾ ਹੈ ਕੰਨਿਆ ਕੁਮਾਰੀ ਦੇ ਨੇੜੇ, ਉਸ ਸਥਾਨ ਤੇ ਆਲ ਇੰਡੀਆ ਧਰਮ ਮਿਸ਼ਨ ਵੱਲੋਂ ਖੋਜ ਕੀਤੀ ਜਾ ਚੁੱਕੀ ਹੈ, ਜਗ੍ਹਾ ਖਰੀਦੀ ਜਾ ਚੁੱਕੀ ਹੈ। ਇਸ ਤਰ੍ਹਾਂ ਹੋਰ ਬਹੁਤ ਸਾਰੇ ਸਥਾਨ ਹੈ ਜਿੱਥੇ ਮਿਸ਼ਨ ਆਪਣਾ ਇਹ ਕਾਰ ਜਾਣੀ ਕਿ ਸੇਵਾ ਕਰ ਰਿਹਾ, ਕਾਰ ਹੋਗਾ ਆਪਾਂ ਕਹਿ ਸਕਦੇ ਹਾਂ ਸੰਗਤਾਂ ਨੂੰ ਨਾਲ ਲੈ ਕੇ ਕਾਰ ਸੇਵਾ ਕਰਵਾ ਰਿਹਾ। ਹੀਰਾ ਜੀ, ਜਿਹੜਾ ਤੁਹਾਡਾ ਆਲ ਇੰਡੀਆ ਆਲ ਧਰਮ ਮਿਸ਼ਨ ਹੈ ਭਾਰਤ ਦੇ ਨਾਲ ਤੁਸੀਂ ਚਲਾਇਆ, ਕਿ ਇਹਦੇ ਵਿੱਚ ਸਿਰਫ ਧਾਰਮਿਕ ਪ੍ਰਵਿਰਤੀ ਦੇ ਤੌਰ ਤੇ ਇਹ ਵਿਚਰ ਰਿਹਾ ਮਿਸ਼ਨ ਤੁਹਾਡਾ, ਜਾਂ ਕਿ ਜਿਹੜਾ ਇਹ ਆਦਿ ਧਰਮ ਦੇ ਬੱਚੇ ਹੈ, ਐਜੂਕੇਟਡ ਹੋਣ ਵਾਲੇ ਬੱਚੇ ਹੈ, ਉਹਨਾਂ ਦੇ ਲਈ ਵੀ ਹੈ? ਸਭ ਤੋਂ ਪਹਿਲਾਂ ਤਾਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਪਾਂ ਮਿਸ਼ਨ ਨੂੰ ਲੈ ਕੇ ਚੱਲੇ ਹਾਂ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕੀਤੀ ਹੈ, ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਮਕ ਗਾਏ ਪਤਤ ਜਾਤ ਉੱਤਮ ਭਇਆ 4 ਵਰਨ ਪਏ ਪਾਗੇ। ਸਭ ਤੋਂ ਪਹਿਲਾਂ ਤਾਂ ਇੱਥੇ ਕੋਈ ਜਾਤ ਪਾਤ ਨਹੀਂ, ਇੱਥੇ 4 ਵਰਨਾਂ ਦੇ ਲੋਕ ਆ ਕੇ ਜਿਸ ਤਰ੍ਹਾਂ ਉਸ ਸਮੇਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਝੁਕਦੇ ਸੀ, ਉਸੇ ਤਰ੍ਹਾਂ ਇੱਥੇ ਅੱਜ ਵੀ ਤੁਸੀਂ ਦੇਖੋਗੇ ਕਿ ਅੱਜ ਕੋਈ ਜੋ ਆਪਣੇ ਆਪ ਨੂੰ ਸਰਦਾਰ ਕਹਿ ਰਿਹਾ, ਕੋਈ ਆਪਣੇ ਆਪ ਨੂੰ ਬ੍ਰਾਹਮਣ ਕਹਿ ਰਿਹਾ, ਉਹ ਅੱਜ ਇੱਥੇ ਨਤਮਸਤਕ ਹੋ ਰਹੇ। ਦੂਸਰੀ ਗੱਲ ਹੈ ਕਿ ਇਹ ਮਿਸ਼ਨ ਸਾਡੇ ਵੱਲੋਂ ਨਹੀਂ ਚਲਾਇਆ ਗਿਆ, ਇਹ ਮਿਸ਼ਨ ਗੁਰੂ ਰਵਿਦਾਸ ਮਹਾਰਾਜ ਦੇ ਸਮੇਂ ਤੋਂ ਵੀ ਪਹਿਲਾਂ ਦਾ ਚੱਲਦਾ ਆ ਰਿਹਾ। ਅਸੀਂ ਇਸ ਦੇਸ਼ ਦੇ ਵਿੱਚ ਜਦੋਂ ਵੀ ਜਨਮ ਲਿਆ, ਜਿਸ ਘਰਾਣੇ ਵਿੱਚ ਲਿਆ, ਸਾਡਾ ਇੱਕ ਉਸ ਨੂੰ ਜਾਤੀ ਨਾਲ ਬੰਨ੍ਹ ਦਿੱਤਾ ਗਿਆ, ਜਦੋਂ ਕਿ ਇਨਸਾਨੀਅਤ ਦਾ ਕੋਈ ਧਰਮ ਨਹੀਂ। ਆਪਾਂ ਅੱਜ ਵੀ ਸੁਣਦੇ ਹਾਂ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸੋ ਇਸ ਕਰਕੇ ਕੋਈ ਜਾਤ ਪਾਤ ਨਹੀਂ ਹੈ, ਸਾਰੇ ਅਸੀਂ ਬਰਾਬਰ ਹਾਂ। ਪਰ ਫਿਰ ਵੀ ਕਿਉਂਕਿ ਸਾਡੇ ਤੇ ਲੈਵਲ ਲੱਗਦਾ ਹੈ, ਜਿੱਥੇ ਗੁਰੂ ਦਾਸ ਮਹਾਰਾਜ ਦਾ ਸਰੂਪ ਆ ਜਾਵੇ, ਜਿੱਥੇ ਭਗਵਾਨ ਵਾਲਮੀਕੀ ਦਾ ਸਰੂਪ ਆ ਜਾਵੇ, ਜਿੱਥੇ ਸਤਿਗੁਰੂ ਕਬੀਰ ਮਹਾਰਾਜ ਦੀ ਬਾਣੀ ਦੀ ਗੱਲ ਆ ਜਾਵੇ, ਫਿਰ ਸਾਨੂੰ ਥੋੜ੍ਹਾ ਜਿਹਾ ਦੂਜੀਆਂ ਅੱਖਾਂ ਨਾਲ ਦੇਖਿਆ ਜਾਂਦਾ ਹੈ। ਪਰੰਤੂ ਬਾਊ ਮੰਗੂ ਰਾਮ ਮੋਗਵਾਲੀਆ ਜੀ ਨੇ 11 ਜੂਨ ਔਰ 12 ਜੂਨ 2 ਦਿਨ ਦੀ ਪ੍ਰੈਸ ਕਾਨਫਰੰਸ ਕਰਕੇ, ਵੱਡੀ ਕਾਨਫਰੰਸ ਕਰਕੇ, ਜਦੋਂ ਵੱਡਾ ਪੰਜਾਬ ਹੁੰਦਾ ਸੀ, ਉਦੋਂ ਉਹਨਾਂ ਨੇ 1926 ਦੇ ਵਿੱਚ ਇੱਕ ਰੂਲ ਐਂਡ ਰੈਗੂਲੇਸ਼ਨ ਬਣਾਏ। ਉਸ ਸਮੇਂ ਦੇ ਜਿਹੜੀ ਲਹਿਰ ਸਦੀਆਂ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਸੀ ਆਦਿ ਵਾਸੀਆਂ ਵਾਸਤੇ, ਮੂਲ ਨਿਵਾਸੀਆਂ ਵਾਸਤੇ, ਆਦਿ ਧਰਮੀਆਂ ਵਾਸਤੇ, ਉਸ ਨੂੰ ਸੂਚੀਬੱਧ ਕੀਤਾ। ਔਰ ਉਸ ਦੇ ਵਿੱਚ ਉਹਨਾਂ ਨੇ ਜਕਾਰਾ ਬੋਲੇ ਸੋ ਨਿਰਭੈ, ਭਾਵ ਕਿ ਉਹ ਬੋਲੋ ਗੁਰੂ ਰਵਿਦਾਸ ਮਹਾਰਾਜ ਕੀ ਜੈ, ਜਿਹੜਾ ਨੂੰ ਡਰ ਨਹੀਂ ਲੱਗਦਾ ਉਹ ਜਕਾਰਾ ਲਾਓ ਬੋਲੇ ਸੋ ਨਿਰਭੈ ਦਾ। ਫਿਰ ਅਗਲਾ ਜਕਾਰਾ ਉਹਨਾਂ ਨੇ ਕਿਹਾ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਸੋ ਇਸ ਕਰਕੇ ਇਹ ਜਿਹੜੇ ਜਕਾਰੇ ਹੈ ਉਹ ਗੁਰੂ ਰਵਿਦਾਸ ਮਹਾਰਾਜ ਦੇ ਨਾਂ 'ਤੇ ਬਾਬਾ ਬੰਤਾ ਰਾਮ ਘੇੜਾ ਜੀ ਨੇ ਦਿੱਤੇ ਸਾਡੇ ਸਮਾਜ ਨੂੰ, ਸਾਡੀ ਕਮਿਊਨਿਟੀ ਨੂੰ, ਆਦਿ ਧਰਮ ਨੂੰ। ਆਦਿ ਧਰਮ ਤੋਂ ਭਾਵ ਹੈ ਜਿੰਨੀਆਂ ਜਾਤਾਂ ਅਨੁਸੂਚਿਤ ਜਾਤੀਆਂ, ਉਸ ਸਮੇਂ ਦੇ ਪੰਜਾਬ ਦੇ ਵਿੱਚ 38 ਜਾਤਾਂ ਸਨ ਜਿਨ੍ਹਾਂ ਨੂੰ ਅਨੁਸੂਚਿਤ ਜਾਤੀਆਂ ਕਿਹਾ ਜਾਂਦਾ ਸੀ, ਜਿਨ੍ਹਾਂ ਨੂੰ ਦਬੀਆਂ ਕੁਚਲੀਆਂ ਜਾਤਾਂ ਕਿਹਾ ਜਾਂਦਾ ਸੀ। ਉਹਨਾਂ ਸਾਰੀਆਂ ਨੂੰ ਇਕੱਠੀਆਂ ਕਰਕੇ ਇੱਕ ਧਰਮ ਆਦਿ ਧਰਮ, ਜਿਸ ਤਰ੍ਹਾਂ ਭਗਵਾਨ ਵਾਲਮੀਕੀ ਜੀ ਦਾ ਸਰੂਪ ਹੈ ਉਹਦੇ 'ਤੇ ਲਿਖਿਆ ਹੋਇਆ ਆਦਿ ਕੁਲ ਰੀਤ ਸਦਾ ਚਲੇ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਈ। ਗੁਰੂ ਦਾਸ ਮਹਾਰਾਜ ਜੀ ਫਰਮਾਨ ਕਰਦੇ ਹੈ ਆਦਿ ਸੇ ਪ੍ਰਗਟ ਭਇਆ ਬੈ ਨਾ ਜਾਕੋ ਅੰਤ, ਆਦਿ ਸਤ ਧਰਮ ਰਵਿਦਾਸ ਕਾ ਵਿਰਲਾ ਜਾਣੇ ਸੰਤ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਫਰਮਾਨ ਕੀਤਾ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸਾਰਿਆਂ ਨੇ ਆਦਿ ਦੀ ਗੱਲ ਕੀਤੀ। ਆਦਿ ਤੋਂ ਭਾਵ ਹੈ ਕੁਦਰਤ ਦਾ ਧਰਮ। ਕੁਦਰਤ ਸਾਡੇ ਨਾਲ ਕੋਈ ਆਕਸੀਜਨ ਕਿਸੇ ਨਾਲ ਭੇਦਭਾਵ ਨਹੀਂ ਕਰ ਰਹੀ, ਸੂਰਜ ਤਪਸ਼ ਦੇ ਰਿਹਾ ਕਿਸੇ ਨਾਲ ਭੇਦਭਾਵ ਨਹੀਂ ਕਰ ਰਿਹਾ, ਚੰਦਰਮਾ ਠੰਡਕ ਦਿੰਦਾ ਕਿਸੇ ਨਾਲ ਭੇਦਭਾਵ ਨਹੀਂ ਕਰਦਾ। ਭਾਵ ਕਿ ਕੁਦਰਤ ਦਾ ਧਰਮ ਹੈ, ਇਨਸਾਨੀਅਤ ਦਾ ਧਰਮ ਹੈ। ਉਸ ਆਦਿ ਧਰਮ ਦੇ ਵਿੱਚ ਸਾਰੇ ਆਪਾਂ ਆਉਂਦੇ ਹਾਂ। ਔਰ ਉਸ ਦੇ ਵਿੱਚ ਜੋ ਇਸ ਸਥਾਨ ਤੋਂ ਜੋ ਆਲ ਇੰਡੀਆ ਆਦਿ ਧਰਮ ਮਿਸ਼ਨ ਹੈ, ਜੋ ਗੋਲਕ ਦੇ ਵਿੱਚੋਂ ਜੋ ਬੱਚੇ ਹੈ
ਜਿਹੜੇ ਲੋੜਵੰਦ ਬੱਚੇ ਹੈ ਅਸੀਂ ਉਹਨਾਂ ਨੂੰ, ਉਹਨਾਂ ਦੇ ਮਾਂ-ਬਾਪ ਨੂੰ ਇੱਥੋਂ ਸੁਨੇਹਾ ਦਿੰਦੇ ਆ ਕਿ ਭਾਈ ਆਓ, ਅਸੀਂ ਇੱਥੋਂ ਗੋਲਕ ਦੇ ਵਿੱਚੋਂ ਤੁਹਾਡੇ ਬੱਚਿਆਂ ਨੂੰ ਪੜ੍ਹਾ ਕੇ ਤੁਹਾਨੂੰ ਹੀ ਵਾਪਸ ਕਰ ਦੇਵਾਂਗੇ। ਦੂਸਰਾ, ਵਿਆਹ ਸ਼ਾਦੀਆਂ ਦਾਜ ਦਹੇਜ ਲੈਣਾ ਤੇ ਦੇਣਾ ਜਿਹੜਾ ਲਾਹਨਤ ਹੈ, ਔਰ ਇੱਥੇ ਸਾਦੇ ਵਿਆਹ ਕੀਤੇ ਜਾਂਦੇ ਆ। ਔਰ ਇੱਥੋਂ ਇੱਕ ਫੈਮਿਲੀ ਹੈ ਇੰਗਲੈਂਡ ਦੇ ਵਿੱਚ, ਉਹ 11,000 ਰੁਪਇਆ ਹਰੇਕ ਵਿਆਹ 'ਤੇ ਭੇਜਦੀ ਹੈ। ਔਰ ਉਹਨਾਂ ਨੂੰ ਹੁਣ ਦੂਸਰੇ ਕਹਿ ਰਹੇ ਇੰਗਲੈਂਡ ਵਾਸੀ, UK ਵਾਸੀ, ਕਿ ਸਾਨੂੰ ਵੀ ਦੱਸਿਆ ਕਰੋ। ਇੱਕ ਰਾਜਾ ਵੇਨ ਸੀ ਇੱਥੇ ਦੇ, ਹੈ ਨਾ, ਤੇ ਉਹਨਾਂ ਦਾ ਇਤਿਹਾਸ ਵੀ ਆ ਰਵਿਦਾਸ ਮਹਾਰਾਜ ਦੇ ਨਾਲ ਜੁੜਿਆ ਹੈ ਕਿ ਉਹਨਾਂ ਨੇ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਇੱਥੇ ਸਜ਼ਾ ਦਿੱਤੀ ਚੱਕੀ ਚਲਾਉਣ ਦੀ, ਤੇ ਉਹ ਮੀਰਾਬਾਈ ਦੇ ਕਹਿਣ ਦੇ ਉੱਤੇ ਆਏ ਸੀ। ਮੀਰਾਬਾਈ ਦੇ ਮਾਸੜ ਸੀ ਰਾਜਾ ਵੇਨ ਚਤੌੜ ਤੋਂ, ਤੇ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈਗੀ ਆ? ਜਦੋਂ ਅਸੀਂ 2009 ਦੇ ਵਿੱਚ ਇੱਥੇ ਆਏ ਹਾਂ ਤੇ ਇੱਥੇ ਇਹ ਚੀਜ਼ਾਂ ਨਹੀਂ ਸਨ ਜੋ ਹੈ। ਅਸੀਂ ਸਭ ਤੋਂ ਪਹਿਲਾਂ ਇਸ ਨੂੰ ਪਰਖਣ ਲਈ, ਇਸ ਸੱਚ ਨੂੰ ਲੋਕਾਂ ਵਿੱਚ ਲਿਆਉਣ ਲਈ, ਇਹਦੇ 'ਚ ਕੋਈ ਸ਼ੱਕ ਨਹੀਂ ਸੀ ਕਿ ਇੱਥੇ ਗੁਰੂ ਜੀ ਆਏ ਹੈ ਕਿ ਨਹੀਂ ਆਏ। ਗੁਰੂ ਜੀ ਤੇ ਆਏ ਹੈ, ਪਰੰਤੂ ਉਸ ਨੂੰ ਸੱਚ ਕਿਵੇਂ ਕੀਤਾ ਜਾਵੇ। ਅਸੀਂ ਜਿਨ੍ਹਾਂ ਨੇ ਡਾਕਟਰੀ ਕੀਤੀ ਹੋਈ ਹੈ, PhD ਕੀਤੀ ਹੋਈ ਹੈ ਗੁਰੂ ਰਵਿਦਾਸ ਮਹਾਰਾਜ ਦੇ ਉੱਤੇ, ਉਹਨਾਂ ਦੇ ਇਤਿਹਾਸ ਦੇ ਉੱਤੇ, ਉਹ ਅਸੀਂ ਡਾਕਟਰ ਬੁਲਾਏ, ਸੈਮੀਨਾਰ ਕਰਵਾਏ, 2 ਸੈਮੀਨਾਰ ਕਰਵਾਏ। 2 ਸੈਮੀਨਾਰਾਂ ਦੇ ਵਿੱਚ ਉਹਨਾਂ ਨੇ ਫਿਰ ਇਹ ਸਾਬਤ ਕੀਤਾ ਕਿ ਮੀਰਾਬਾਈ ਦੇ ਕਹਿਣ 'ਤੇ ਮੀਰਾਬਾਈ ਦੇ ਨਾਲ ਇੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਏ ਹੈ, ਔਰ 1515 ਵਿੱਚ ਆਏ ਹੈ। ਫਿਰ ਉਹਨਾਂ ਨੇ ਇੱਕ ਬੁੱਕ ਲਿਖੀ, ਬੁੱਕ ਲਿਖ ਕੇ ਉਹਨਾਂ ਨੇ ਸਰਕਾਰ ਨੂੰ ਵੀ ਭੇਟ ਕੀਤੀ। ਫਿਰ ਸਰਕਾਰ ਨੇ ਉਹ ਜਿਹੜੇ ਡਾਕਟਰ ਜਿਨ੍ਹਾਂ ਨੇ ਸੱਚ ਸਾਬਤ ਕੀਤਾ, ਉਹਨਾਂ ਨੇ ਫਿਰ ਸਰਕਾਰ ਨੇ ਉਹਨਾਂ ਦੀ ਗੱਲ ਮੰਨ ਕੇ ਇੱਕ ਮਨਾਰੇ ਬੇਗਮਪੁਰਾ, ਜਿਹੜਾ ਕਿ ਇੱਥੋਂ ਲਗਭਗ 2 ਕਿਲੋਮੀਟਰ 'ਤੇ ਬਣ ਰਿਹਾ, 15 ਏਕੜ ਜ਼ਮੀਨ ਅਕਵਾਇਰ ਕਰਕੇ ਸਰਕਾਰ ਨੇ, ਔਰ ਉਹਦੇ ਵਿੱਚ ਲਗਭਗ 150 ਕਰੋੜ ਦਾ ਪ੍ਰੋਜੈਕਟ ਜਿਹੜਾ ਉੱਥੇ 151 ਫੁੱਟ ਉੱਚਾ ਮਨਾਰ ਬਣਾ ਕੇ, ਔਰ ਉਹਦੇ ਵਿੱਚ ਸੰਗਤਾਂ ਦੇ ਪ੍ਰਬੰਧ ਸਹੂਲਤਾਂ, ਉਹਨਾਂ ਦੇ ਰਹਿਣ ਵਾਸਤੇ ਆਡੀਟੋਰੀਅਮ ਵਗੈਰਾ ਸਰਕਾਰ ਨੇ ਬਣਾਉਣਾ ਆਰੰਭ ਕੀਤਾ ਹੋਇਆ। ਕਿ ਉਹ ਜਿਹੜਾ ਆ 151 ਫੁੱਟ ਮਨਾਰੇ ਬੇਗਮਪੁਰਾ, ਜਿਹਨੂੰ ਨਾਂ ਦਿੱਤਾ ਬਾਦਲ ਸਰਕਾਰ ਵੱਲੋਂ ਉਹਨੂੰ ਚਲਾਇਆ ਗਿਆ ਸੀਗਾ ਨਾ, ਕੀ ਉਹ ਨਿਰੰਤਰ ਜਾਰੀ ਆ ਕਿ ਹਲੇ ਰੁਕਿਆ ਹੋਇਆ? ਉਹ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਸੀ, ਲੇਕਿਨ ਉਸ ਸਮੇਂ ਦੇ ਮੁੱਖ ਮੰਤਰੀ ਹੋ ਸਕਦੇ ਹੈ। ਪੰਜਾਬ ਸਰਕਾਰ ਵੱਲੋਂ ਇਹ ਜਗ੍ਹਾ ਜਦੋਂ ਹੋਂਦ ਵਿੱਚ ਆ ਗਈ ਕਿ ਇਹ ਜਗ੍ਹਾ ਬਿਲਕੁਲ ਸਹੀ ਹੈ, ਡਾਕਟਰਾਂ ਨੇ ਜਦੋਂ ਪਾਸ ਕਰ ਦਿੱਤਾ, ਤੇ ਫਿਰ ਉਹਨਾਂ ਨੇ ਉਸ ਸਮੇਂ ਦੀ ਸਰਕਾਰ ਨੇ ਬਣਾਇਆ। 18 ਫੁੱਟ ਦੀ ਸੜਕ ਵੀ ਇੱਥੋਂ ਬਣਾਈ ਗਈ ਹੈ, 3 ਕਿਲੋਮੀਟਰ, 1 ਕਿਲੋਮੀਟਰ ਖੇੜੇ ਤੋਂ ਲੈ ਕੇ ਇੱਧਰ ਬਣਾਈ ਗਈ 18 ਫੁੱਟ। ਸੋ ਸਮੇਂ ਦੀਆਂ ਸਰਕਾਰਾਂ ਨੇ ਉਦੋਂ ਇਹ ਕੰਮ ਕੀਤਾ, ਸੜਕਾਂ ਬਣਾਈਆਂ। ਔਰ ਜਿਹੜਾ ਕੰਮ ਸੀ ਸਰਕਾਰ ਨੇ, ਉਸ ਸਮੇਂ ਦੀ ਸਰਕਾਰ ਨੇ ਆਰੰਭਿਆ, ਉਹ ਚੱਲ ਰਿਹਾ, ਹੁਣ ਵੀ ਚੱਲ ਰਿਹਾ। ਲੇਕਿਨ ਮੇਰੇ ਹਿਸਾਬ ਨਾਲ ਜੋ ਹੁਣ ਉਹਦੀ ਸਪੀਡ ਹੈ ਉਹ ਪਹਿਲਾਂ ਵਾਲੀ ਨਹੀਂ ਹੈ। ਕੁਝ ਨਾ ਕੁਝ ਕਿਤੇ ਨਾ ਕਿਤੇ ਉਹਦੀ ਸਪੀਡ ਜਿਹੜੀ ਹੈ ਸਲੋ ਹੈ। ਜਿਸ ਤਰੀਕੇ ਦੇ ਨਾਲ ਆਪਾਂ ਦੇਖੀਏ, ਕਿਸੇ ਵੀ ਵੱਡੇ ਸ਼ਹਿਰ ਦੇ ਵਿੱਚ ਜਿੱਥੇ ਵੀ ਗੁਰੂ ਮਹਾਰਾਜ ਗਏ ਆ, ਉਹ ਕਿਸੇ ਵੀ ਧਰਮ ਦੇ ਹੋਣ, ਕਿਸੇ ਵੀ ਜਾਤ ਦੇ ਹੋਣ, ਕਿਸੇ ਵੀ ਨਾਲ ਸੰਬੰਧਿਤ ਹੋਣ, ਉਹਨਾਂ ਨੂੰ ਇੱਕ ਪਰਯਟਕ ਸਥਾਨ ਦਾ ਦਰਜਾ ਵੀ ਦਿੱਤਾ ਗਿਆ। ਇਹ ਜਿਹੜੀ ਹੈ ਚਰਨ ਛੋਹ ਗੰਗਾ, ਜਿਹਨੂੰ ਆਪਾਂ ਕਹਿੰਦੇ ਖਰਾਲਗੜ੍ਹ ਵਿਖੇ, ਕਿ ਤੁਸੀਂ ਨਹੀਂ ਚਾਹੁੰਦੇ ਕਿ ਇਹ ਦਰਜਾ ਇਸ ਸਥਾਨ ਨੂੰ ਵੀ ਮਿਲੇ, ਔਰ ਜਿਹੜੇ ਦੇਸ਼ ਤੇ ਵਿਦੇਸ਼ ਦੀ ਸੰਗਤ ਆ ਉਹ ਆਂਦੀ ਵੀ ਆ, ਉਹਨਾਂ ਦੇ ਰਿਹਾਇਸ਼ ਦੇ ਲਈ ਵਧੀਆ ਪ੍ਰਬੰਧ ਹੋਣ, ਇੱਥੇ ਸੜਕਾਂ ਜਿਹੜੀਆਂ ਆ ਉਹ ਵਧੀਆ ਹੋਣ, ਤੇ ਜਾਂ ਇੱਥੇ ਕੋਈ ਹੋਟਲ ਦੀ ਵਿਵਸਥਾ ਹੋਵੇ। ਜਿਹੜੇ ਹੁਣ ਫੋਰਨ ਦੇ ਵਿੱਚ ਆਪਣੇ ਲੋਕੀ ਚਲੇ ਜਾਂਦੇ ਆ, ਉਹਨਾਂ ਦੇ ਸਰੀਰ ਸਾਡੇ ਵਾਤਾਵਰਨ ਦੇ ਅਨੁਕੂਲ ਨਹੀਂ ਰਹਿੰਦੇ। ਜਿਹੜਾ ਨਾ ਇਹ ਸਥਾਨ ਹੈ, ਇਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਸੰਬੰਧਿਤ ਹੈ, ਔਰ ਇੱਥੋਂ ਦੀ ਵਰਨ ਵਿਵਸਥਾ ਦੇ ਮੁਤਾਬਕ ਅਸੀਂ ਸਭ ਤੋਂ ਜਿਸ ਨੂੰ ਕਹਿੰਦੇ ਵੀ ਚੌਥੇ ਕਲਾਸ ਵਿੱਚ ਆਉਂਦੇ ਹਾਂ, ਬ੍ਰਾਹਮਣ, ਕਸ਼ੱਤਰੀ, ਵੈਸ਼, ਸ਼ੂਦਰ, ਔਰ ਉਸ ਨੂੰ ਮੁੱਖ ਰੱਖ ਕੇ ਕਿਤੇ ਨਾ ਕਿਤੇ ਸਾਡੇ ਨਾਲ ਜੋ ਛੂਆ ਛਾਤ ਹੈ ਉਹ ਹੋ ਰਹੀ ਹੈ। ਇਸ ਸਥਾਨ ਨੂੰ ਪਰਯਟਕ ਦੇ ਵਿੱਚ ਤਾਂ ਕੀ ਦਰਜ ਕਰਨਾ ਹੈ। ਤੁਸੀਂ ਇਹ ਦੇਖੋ ਕਿ ਇੱਥੇ ਪੀਣ ਵਾਲੇ ਪਾਣੀ ਦੀ ਵਿਵਸਥਾ ਨਹੀਂ ਹੈ। ਇੱਕ ਟਿਊਬਲ ਜਿਹੜਾ ਕਿ 50-60 ਲੱਖ ਰੁਪਏ ਦੇ ਵਿੱਚ ਲੱਗਦਾ ਹੈ, ਔਰ ਇਹ 1983 ਤੋਂ ਖੋਜ ਹੋ ਚੁੱਕੀ ਹੈ, ਔਰ ਅੱਜ 2020 ਚੱਲ ਰਿਹਾ ਹੈ। ਔਰ ਇਸ ਦੇ ਬਾਰੇ ਵਿੱਚ ਅਸੀਂ ਮੁੱਖ ਮੰਤਰੀ ਨਾਲ PAP ਜਿਹੜਾ ਕਿ ਜਲੰਧਰ ਦੇ ਵਿੱਚ ਮੀਟਿੰਗ ਹੋਈ ਸੀ ਤੁਗਲਕਾਬਾਦ ਨੂੰ ਲੈ ਕੇ, ਉਸ ਦੇ ਵਿੱਚ ਵੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਬਾਬਾ ਜੀ ਇਹ ਟਿਊਬਲ ਲੱਗ ਜਾਏਗਾ, ਬੱਸਾਂ ਵੀ ਲੱਗ ਜਾਣਗੀਆਂ, ਲੇਕਿਨ ਨਾ ਤਾਂ ਕੋਈ ਬੱਸ ਲੱਗੀ ਤੇ ਨਾ ਹੀ ਕੋਈ ਟਿਊਬਲ ਲੱਗਾ। ਭਾਵ ਕਿ ਵਾਅਦਾ ਕੀਤਾ ਮੁੱਖ ਮੰਤਰੀ ਨੇ
ਜੋ ਮੌਕੇ ਦੇ ਇਸ ਟਾਈਮ ਹੈਗੇ ਕੈਪਟਨ ਅਮਰਿੰਦਰ ਸਿੰਘ, ਪਰ ਹੋ ਸਕਦਾ ਉਹਨਾਂ ਨੇ ਉੱਪਰੋਂ ਕਿਹਾ ਹੋਵੇ, ਥੱਲੇ ਵਾਲਿਆਂ ਨੇ ਨਾ ਕੀਤਾ ਹੋਵੇ। ਇਹ ਕਿਧਰੇ ਨਾ ਕਿਧਰੇ ਇਹ ਲੈਕ ਆਫ ਕਮਿਊਨੀਕੇਸ਼ਨ ਹੈ ਜਾਂ ਕੀ ਹੈ, ਸਾਨੂੰ ਨਹੀਂ ਪਤਾ, ਪਰ ਪ੍ਰੈਕਟੀਕਲੀ ਇੱਥੇ ਟਿਊਬਵੈੱਲ ਨਹੀਂ ਲੱਗਿਆ। ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਤਾਂ ਬਹੁਤ ਵੱਡੀ ਗੱਲ ਹੈ। ਇਹ ਤਾਂ ਬਹੁਤ ਵੱਡੀ ਗੱਲ ਹੈ ਕਿ ਇਸ ਨੂੰ ਪਰਯਟਕ ਵਿਭਾਗ ਦਾ ਦਰਜਾ ਦੇਣਾ, ਇਹ ਤਾਂ ਇੱਕ ਬਹੁਤ ਵੱਡੀ ਗੱਲ ਹੈ। ਇਹ ਹੋਏਗਾ ਜਦੋਂ ਸਾਡਾ ਸਮਾਜ ਪੜ੍ਹ ਲਿਖ ਜਾਏਗਾ, ਸਾਡਾ ਸਮਾਜ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਜਾਏਗਾ, ਜਦੋਂ ਅਸੀਂ ਇਹ ਸਮਝ ਜਾਵਾਂਗੇ ਕਿ ਸਾਨੂੰ ਇੱਕ ਜਾਤੀ ਦੇ ਨਾਂ 'ਤੇ ਸਾਡੇ ਨਾਲ ਧੱਕਾ ਹੋ ਰਿਹਾ, ਉਦੋਂ ਇਹ ਫਿਰ ਸਾਰਾ ਕੁਝ ਹੱਕ ਮਿਲਣਗੇ। ਬਾਬੇ, ਜਿੱਦਾਂ ਆਪਾਂ ਕਹਿੰਦੇ ਆ ਕਿ ਮਤਲਬ ਧੱਕਾ ਹੋ ਰਿਹਾ ਐਸੀ ਸਮਾਜ ਦੇ ਨਾਲ, ਐਸੀ ਸਮਾਜ ਦੇ ਕਿੰਨੇ ਸਾਡੇ ਪੰਜਾਬ ਦੇ MP ਆ, ਕਿੰਨੇ ਸਾਡੇ MLA ਆ, ਕੀ ਉਹ ਆਪਣੇ ਧਾਰਮਿਕ ਸਥਾਨ ਦੀ ਦੇਖ ਰੇਖ ਦੇ ਲਈ ਵੀ ਅੱਗੇ ਨਹੀਂ ਆ ਸਕਦੇ? ਇੱਕ ਪਾਣੀ ਤੋਂ ਵੀ 500 ਸਾਲ ਤੋਂ ਵਾਂਝੇ ਕੀਤੇ ਹੋਏ ਆ ਲੋਕੀ। ਸਾਡੇ ਸਮਾਜ ਦਾ ਭਾਵ ਕਿ ਸਾਡੇ ਦੁੱਖ ਦਰਦ ਸੁਣਨ ਵਾਲਾ ਇੱਕ ਵੀ MLA ਨਹੀਂ ਹੈ, ਇੱਕ ਵੀ MP ਨਹੀਂ ਹੈ। ਉਹ MLA MP ਪਾਰਟੀਆਂ ਦੇ ਹੈ। ਕੋਈ A ਪਾਰਟੀ ਦਾ ਹੋ ਸਕਦਾ ਹੈ, ਕੋਈ B ਪਾਰਟੀ ਦਾ ਹੋ ਸਕਦਾ ਹੈ, ਕੋਈ C ਪਾਰਟੀ ਦਾ ਹੋ ਸਕਦਾ, ਕੋਈ D ਪਾਰਟੀ ਦਾ ਹੁੰਦਾ। ਜਿਹੜਾ ਉਹਨਾਂ ਦਾ ਬੌਸ ਹੈ ਮੌਕੇ ਦਾ, ਜੋ ਉਹ ਕਹਿੰਦਾ ਉਹੀ ਸਾਡੇ ਜਿਹੜੇ ਰਿਜ਼ਰਵ MLA MP ਹੈ ਉਹੀ ਕੁਝ ਉਹ ਕਰਦੇ ਹੈ। ਹੋਰ ਉਸ ਤੋਂ ਇਲਾਵਾ ਉਹਨਾਂ ਨੂੰ ਕਰਨ ਦੀ ਸ਼ਾਇਦ ਕੋਈ ਆਗਿਆ ਹੀ ਨਹੀਂ ਹੈ। ਕਿ ਸੰਤ ਸਮਾਜ ਜਿਹੜਾ ਤੁਗਲਕਾਬਾਦ ਦਿੱਲੀ ਦੇ ਵਿੱਚ ਮੰਦਿਰ ਢਾਇਆ ਗਿਆ ਸੀਗਾ, ਉਸ ਤੋਂ ਬਾਅਦ ਸੰਤ ਸਮਾਜ ਇਕੱਠਾ ਹੋਇਆ ਕਿਸੇ ਪਲੇਟਫਾਰਮ 'ਤੇ? ਹਾਂਜੀ, ਤੁਗਲਕਾਬਾਦ ਨੂੰ ਲੈ ਕੇ ਜਿਹੜਾ ਭਾਰਤ ਦਾ ਸੰਤ ਸਮਾਜ ਹੈ ਬਹੁਤ ਵੱਡੀ ਪੱਧਰ 'ਤੇ ਇਕੱਠਾ ਹੋਇਆ। ਇਕੱਠਾ ਹੀ ਨਹੀਂ ਹੋਇਆ, ਜਾਗਰੂਕ ਵੀ ਹੋਇਆ। ਔਰ ਹੁਣ ਉਹਨਾਂ ਦੇ ਵਿੱਚ ਜਜ਼ਬਾ ਆ ਗਿਆ ਕਿ ਅਸੀਂ ਜੇਕਰ ਸਾਡੇ MLA MP ਨਹੀਂ ਖੜਦੇ, ਸਾਡੇ ਰਾਜਨੀਤਿਕ ਲੋਕ ਨਹੀਂ ਖੜਦੇ, ਤੇ ਸਮਾਜਿਕ ਔਰ ਧਾਰਮਿਕ ਜਥੇਬੰਦੀਆਂ ਖੜਨਗੀਆਂ ਔਰ ਉਹ ਆਪਣੇ ਹੱਕ ਲੈਣਗੀਆਂ। ਫਿਰ ਇਹਦੇ ਵਿੱਚੋਂ ਸੰਤ ਸਮਾਜ ਦੇ ਵਿੱਚੋਂ ਵੀ ਕੋਈ ਇਹੋ ਜਿਹੀ ਲਹਿਰ ਫੁੱਟੇਗੀ ਜਿਸ ਦੇ ਵਿੱਚ ਇਹਦੇ MP ਆਪਣੇ ਹੋਣਗੇ, ਇਹਦੇ MLA ਆਪਣੇ ਹੋਣਗੇ? ਇਹ ਕਹਿਣਾ ਅਜੇ ਬਹੁਤ ਮੁਸ਼ਕਿਲ ਹੈ, ਕਿਉਂਕਿ ਅਜੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸੰਤ ਸਮਾਜ ਜਿਹੜਾ ਸਾਡਾ ਹੈ ਉਹ ਨਿਰੋਲ ਧਾਰਮਿਕ ਚੱਲ ਰਿਹਾ ਔਰ ਨਿਰੋਲ ਧਾਰਮਿਕ ਚੱਲਣ ਨਾਲ ਉਹ ਇਹ ਜ਼ਿੰਮੇਵਾਰੀ ਤੋਂ ਥੋੜ੍ਹਾ ਜਿਹਾ ਅਜੇ ਆਪਾਂ ਕਹਿ ਸਕਦੇ ਹਾਂ ਕਿ ਜ਼ਿੰਮੇਵਾਰੀ ਨਹੀਂ ਲੈ ਰਿਹਾ ਕਿ ਜਿਹੜੇ ਬੱਚੇ ਹੈ, ਮੇਨ ਸਾਡਾ ਕੰਮ ਕੀ ਹੈ, ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਐਜੂਕੇਸ਼ਨ, ਵਿੱਦਿਆ ਤੋਂ ਬਿਨਾਂ ਕੁਝ ਨਹੀਂ ਹੈ। ਤੇ ਅਸੀਂ ਅਜੇ ਉਹ ਵਿੱਦਿਆ ਕਿਤੇ ਨਾ ਕਿਤੇ ਸਾਡੇ ਮਨਾਂ ਵਿੱਚ ਡਰ ਹੈ ਕਿ ਜੇ ਇਹ ਵਿੱਦਿਅਕ ਹੋ ਗਏ, ਜੇ ਸਿਆਣੇ ਹੋ ਗਏ, ਕਿਤੇ ਸਾਡਾ ਹੀ ਨਾ ਵਿਰੋਧ ਕਰਨ ਲੱਗ ਜਾਣ। ਇਸ ਕਰਕੇ ਸਾਡਾ ਕਿਤੇ ਨਾ ਕਿਤੇ ਜਿਹੜਾ ਡਰ ਹੈ ਉਹ ਸੰਤ ਸਮਾਜ 'ਚੋਂ ਹੌਲੀ ਹੌਲੀ ਨਿਕਲ ਰਿਹਾ। ਔਰ ਸਾਡੇ ਸੰਤ ਹੁਣ ਕਾਲਜ ਬਣਾ ਰਹੇ ਹੈ, ਸਕੂਲ ਬਣਾ ਰਹੇ ਹੈ, ਬਹੁਤ ਸਾਰੇ ਸੰਤਾਂ ਨੇ ਸਕੂਲ ਖੋਲ੍ਹ ਦਿੱਤੇ ਹੈ। ਜਦੋਂ ਸਾਡੇ ਸੰਤ ਇਹ ਵੱਡੀ ਪੱਧਰ 'ਤੇ ਐਜੂਕੇਸ਼ਨ ਵੱਲ ਆ ਜਾਣਗੇ ਤੇ ਇਹ ਆਟੋਮੈਟਿਕਲੀ ਹੈ ਕਿ ਜੇਕਰ ਸੰਤ ਐਜੂਕੇਟ ਕਰਨ ਲੱਗ ਗਏ ਤਾਂ ਜਿਹੜੀ ਗੱਲ ਤੁਸੀਂ ਰਾਜਨੀਤੀ ਦੀ ਕਰ ਰਹੇ ਹੋ, ਉਹਨਾਂ ਸਕੂਲਾਂ ਵਿੱਚੋਂ ਰਾਜਨੀਤਿਕ ਬੱਚੇ ਵੀ ਨਿਕਲਣਗੇ। ਬਹੁਤ ਬਹੁਤ ਧੰਨਵਾਦ ਸਤਵਿੰਦਰ ਹੀਰਾ ਜੀ ਦਾ, ਜਿਨ੍ਹਾਂ ਨੇ ਬੇਵਾਕ ਸ਼ਬਦਾਂ ਦੇ ਨਾਲ ਸਰਕਾਰਾਂ 'ਤੇ ਕਰਾਰੀ ਚੋਟ ਮਾਰੀ ਹੈ। ਅੱਜ ਤੱਕ ਜਿਸ ਸਥਾਨ ਦੇ ਉੱਤੇ ਖਰਾਲਗੜ੍ਹ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਸ਼ਕਤੀ ਦੇ ਨਾਲ ਗੰਗਾ ਵਹਾਈ ਹੈ, ਉਸ ਸਥਾਨ ਦੇ ਲਈ ਵੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਹਾਲੇ ਤੱਕ ਸਰਕਾਰਾਂ ਨਹੀਂ ਕਰ ਸਕੀਆਂ। ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਸੰਤ ਸਮਾਜ ਕਿਸ ਪਾਸੇ, ਕਿਸ ਸਰਕਾਰ ਦੇ ਹੱਕ ਦੇ ਵਿੱਚ ਖੜ੍ਹਦੇ ਨੇ ਔਰ ਸਰਕਾਰਾਂ ਕੀ ਇਹਨਾਂ ਦੇ ਹੱਕ ਦੇ ਵਿੱਚ ਖੜ੍ਹਦੀਆਂ। ਤੁਸੀਂ ਮੇਰੇ ਨਾਲ ਦੇਖਦੇ ਰਹੋ NKN TV, ਕੈਮਰਾਮੈਨ ਅਰਮਾਨ ਬੁਰਜ ਦੇ ਨਾਲ।